ਹੈਲੋ ਐਂਡ ਵੈਲਕਮ ਬੱਚਿਓ। ਅੱਜ ਆਪਣੀ ਪੋਟੈਂਸ਼ੀਅਲ ਦੀ ਲਾਸਟ ਕਲਾਸ। ਇੱਕ ਕਲਾਸ ਜਿਹੜੀ ਆਪਾਂ ਪਿਛਲੀ ਲਾਈ ਸੀ ਉਹਦੇ 'ਚ ਜਾਣ ਲੱਗਿਆ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ, ਹੈ ਨਾ। ਐਂਡ ਸਮ ਆਫ ਯੂ ਗੋਟ ਇਟ ਰਾਈਟ। ਐਂਡ ਵਧੀਆ ਗੱਲ ਲੱਗਦੀ ਹੈ ਕਿ ਜਦੋਂ ਬੱਚਾ ਪੜ੍ਹੇ ਹੋਏ ਕਨਸੈਪਟ ਨੂੰ ਅਪਲਾਈ ਕਰ ਪਾਉਂਦਾ। ਕੁਐਸਚਨ ਕੀ ਸੀ ਦੁਬਾਰਾ ਯਾਦ ਕਰਾ ਦਾਂ, ਜਿਨ੍ਹਾਂ ਨੇ ਪੁੱਤ ਨਹੀਂ ਦੇਖਿਆ ਹੋਇਆ। ਇੱਕ ਸੀਕੁਐਂਸ 'ਚ ਚੱਲੋ, ਜੇ ਸੀਕੁਐਂਸ 'ਚ ਚੱਲੋਗੇ ਤਾਂ ਤੁਹਾਨੂੰ ਐ ਲੱਗੇਗਾ ਅਸੀਂ ਕੁਝ ਗੇਨ ਕੀਤਾ। ਵਿਚਕਾਰੋਂ ਤਾਂ ਮੂਵੀ ਵੀ ਪਸੰਦ ਨਹੀਂ ਆਉਂਦੀ, ਹੈ ਨਾ। ਤਾਂ ਸਾਰੀ ਸੀਕੁਐਂਸ 'ਚ ਦੇਖੋਗੇ ਤਾਂ ਅੱਛਾ ਲੱਗੇਗਾ। ਸੋ ਸੁਣੋ, ਕੁਐਸਚਨ ਇਹ ਸੀਗਾ ਕਿ ਇੱਕ ਆਹ ਸ਼ੈੱਲ ਸੀਗਾ, ਆਪਾਂ ਇੱਕ ਵਾਰੀ ਪਹਿਲਾਂ ਵੀ ਇਹਨੂੰ ਵਰਤਿਆ ਹੋਇਆ ਹੈ। ਤਾਂ ਆਪਾਂ ਗੌਸ ਲਾਅ 'ਚ ਇਹ ਪ੍ਰੂਵ ਕੀਤਾ ਸੀ ਕਿ ਇਸ ਸ਼ੈੱਲ ਦੇ ਅੰਦਰ ਫੀਲਡ ਜ਼ੀਰੋ ਹੁੰਦਾ। ਮੈਂ ਇਹ ਕਿਹਾ ਕਿ ਮੰਨ ਲਓ ਕਿ ਮੈਂ ਇਹਨੂੰ ਚਾਰਜ ਦੇ ਦਾਂ, ਤਾਂ ਫਿਰ ਅੰਦਰ ਪੋਟੈਂਸ਼ੀਅਲ ਬਾਰੇ ਤੁਹਾਡਾ ਕੀ ਖਿਆਲ ਹੈ? ਚਾਰਜ ਦੇਣ ਤੋਂ ਬਾਅਦ ਅੰਦਰ ਫੀਲਡ ਜ਼ੀਰੋ ਹੁੰਦਾ, ਅੰਦਰ ਦੇ ਪੋਟੈਂਸ਼ੀਅਲ ਬਾਰੇ ਕੀ ਖਿਆਲ ਹੈ? ਤਾਂ ਅੰਦਰ ਦਾ ਪੋਟੈਂਸ਼ੀਅਲ ਜਿਹੜਾ ਹੈ ਉਹਨੂੰ ਕੱਢਣ ਵਾਸਤੇ ਆਪਾਂ ਨੂੰ ਕੀ ਕਰਨਾ ਪਏਗਾ? ਇੱਦਾਂ ਸੋਚਣਾ ਪਏਗਾ ਕਿ ਜਿਹੜਾ ਸਾਡਾ E ਬਰਾਬਰ ਹੁੰਦਾ ਮਾਈਨਸ ਦਾ dV/dr। ਜੇਕਰ ਅੰਦਰ E ਜ਼ੀਰੋ ਹੈ ਤਾਂ ਇਸ ਇਕੁਏਸ਼ਨ ਨੂੰ ਕਹੋ ਕਿ ਭਾਈ dV/dr ਮਾਈਨਸ ਦਾ E ਜ਼ੀਰੋ ਹੋ ਗਿਆ। ਉਹ ਕਹਿੰਦਾ ਠੀਕ ਹੈ, ਫਿਰ dV/dr ਵੀ ਜ਼ੀਰੋ ਹੋ ਗਿਆ। ਇਹਦਾ ਮਤਲਬ ਕੀ ਹੈ? ਇਹਨੂੰ ਇਦਾਂ ਪੜ੍ਹਨਾ ਹੈ ਕਿ ਜਿਹੜਾ ਪੋਟੈਂਸ਼ੀਅਲ ਹੈ ਉਹ ਡਿਸਟੈਂਸ ਦੇ ਨਾਲ ਚੇਂਜ ਹੀ ਨਹੀਂ ਹੋ ਰਿਹਾ। ਦੇਖੋ ਇਹਦਾ ਮਤਲਬ ਹੁੰਦਾ ਰੇਟ ਆਫ ਚੇਂਜ ਆਫ V, यानी कि रेट ऑफ चेंज ऑफ पोटेंशियल विद डिस्टेंस इज जीरो। यानी कि किसी चीज का बदलना रुक गया। जो किसी का बदलना रुक जाए इहदा मतलब वो पक्का कांस्टेंट हो जाता है ना। इहदा मतलब यह कि जो V है वो पक्का की होएगा? कांस्टेंट। इत्थों तक कुछ बच्चे ठीक आंसर दे पाए, राइट। सो फार सो गुड। बट कांस्टेंट भी कितना ये दसन लई मैं कहा सीगा, है ना। तो कांस्टेंट भी कितना होएगा? क्वाइट ऑबवियस है कि ਜਿਹੜਾ पोटेंशियल ਇਹਦੇ ਸਰਫੇਸ ਤੇ ਹੋਏਗਾ, ਹੈ ਨਾ। ਹੁਣ ਕਾਂਸਟੈਂਟ ਦਾ ਮਤਲਬ ਇਹ ਕਿ ਲਗਾਤਾਰ ਉਨਾ ਹੀ ਅੰਦਰ ਮੇਨਟੇਨ ਰੱਖੇਗਾ, ਤਾਂ ਹੀ ਕਾਂਸਟੈਂਟ ਰਹਿ ਸਕਦਾ ਨਾ। ਸੋ ਜਿਹੜੀ ਵੈਲਿਊ ਇਹਦੇ ਸਰਫੇਸ ਤੇ ਆ ਗਈ ਉਹੀ ਅੰਦਰ ਰਹਿਣੀ ਹੈ, ਠੀਕ ਹੈ, ਪ੍ਰੋਵਾਈਡਡ ਕਿ ਅੰਦਰ ਕੋਈ ਹੋਰ ਚਾਰਜ ਨਾ ਹੋਵੇ। ਸੋ ਕਾਂਸਟੈਂਟ ਪੋਟੈਂਸ਼ੀਅਲ ਤੇ ਕਿੰਨਾ ਪੋਟੈਂਸ਼ੀਅਲ ਜਿੰਨਾ ਇੱਥੇ ਹੈ ਉਨਾ ਹੀ ਅੰਦਰ ਹੋਏਗਾ। ਇਸ ਕਰਕੇ ਇਹਨੂੰ ਅਸੀਂ ਇੱਕ ਨਾਮ, ਇਸ ਕਰਕੇ ਇਹਨੂੰ ਆਪਾਂ ਜਿਹੜਾ ਹੈ ਇਕੁਈ ਪੋਟੈਂਸ਼ੀਅਲ ਵੋਲਿਊਮ ਵੀ ਕਹਿ ਸਕਦੇ ਹਾਂ। ਓਕੇ, ਕੀ ਕਹਾਂਗੇ? ਇਕੁਈ ਪੋਟੈਂਸ਼ੀਅਲ ਵੋਲਿਊਮ, ਕਿਉਂਕਿ ਹੁਣ ਆ ਇੱਕ ਪੂਰਾ ਵੋਲਿਊਮ ਹੋ ਗਿਆ ਜਿਹਦੇ 'ਚ ਪੋਟੈਂਸ਼ੀਅਲ ਕੀ ਹੈ? ਕਾਂਸਟੈਂਟ ਰਹਿ ਰਿਹਾ। ਸੋ ਆਈ ਹੋਪ ਕਿ ਤੁਸੀਂ ਇਸ ਗੱਲ ਨੂੰ ਯਾਦ ਰੱਖੋਗੇ, ਕਿਉਂਕਿ ਅਗਲੇ ਚੈਪਟਰ 'ਚ ਆਪਾਂ ਇਹਦੇ ਬਾਰੇ ਫਿਰ ਗੱਲਾਂ ਕਰਨੀਆਂ ਬੇਟੇ, ਠੀਕ ਹੈ। ਸੋ ਜਲਦੀ 'ਚ ਅਗਲਾ ਕੁਐਸਚਨ ਜਿਹੜਾ ਹੈ ਉਹ ਆਪਾਂ ਕਰਾਂਗੇ। ਦੇਖੋ ਅੱਜ ਡੈਮੋਨਸਟ੍ਰੇਸ਼ਨ ਇੱਕ ਹੋਰ ਬੜੀ ਵਧੀਆ ਕਰਨੀ ਹੈ, ਸੋ ਜੁੜ ਕੇ ਰਹਿਓ, ਮਜ਼ਾ ਆਏਗਾ ਤੁਹਾਨੂੰ ਵੀ। ਆਪਾਂ ਉਹਦੀ ਵੀ ਪਹਿਲਾਂ ਕੀਤੀ ਹੈ ਲੇਕਿਨ ਅੱਜ ਤਰੀਕਾ ਥੋੜਾ ਡਿਫਰੈਂਟ ਹੋਏਗਾ। ਸੋ ਕੁਐਸਚਨ ਸਕਰੀਨ ਤੇ ਤੁਹਾਡੇ ਕੋਲ ਆ ਗਿਆ ਬੇਟੇ। ਕੁਐਸਚਨ ਇਹ ਹੈ ਕਿ ਤੁਹਾਡੇ ਕੋਲ ਛੋਟੀਆਂ ਡ੍ਰੌਪਸ ਨੇ ਜਾਂ ਬਬਲਸ ਨੇ, ਠੀਕ ਹੈ। ਫੋਰ ਐਗਜ਼ਾਮਪਲ ਜਿੱਦਾਂ ਮੇਰੇ ਕੋਲ ਆਹ ਸੋਪ ਸੋਲੂਸ਼ਨ ਹੈਗਾ, ਤੁਸੀਂ ਇਮੈਜੀਨੇਸ਼ਨ ਕਰਨਾ ਕਰ ਸਕਦੇ ਹੋ, ਠੀਕ ਹੈ। ਤਾਂ ਮੈਂ ਇਹਦੇ ਤੋਂ ਕੀ ਕੀਤਾ? ਆਹ ਬਬਲਸ ਬਣਾਏ। ਹੁਣ ਜਿਵੇਂ ਇਹ ਇੱਕ ਬਬਲ ਹੈ, ਇਦਾਂ ਦੇ ਮੰਨ ਲਓ ਇੱਕ ਛੋਟਾ ਜਿਹਾ ਬਬਲ ਹੈ, ਤੇ ਇਹਦਾ ਜਿਹੜਾ ਇਹਨੂੰ ਆਪਾਂ ਚਾਰਜ ਦਿੱਤਾ। ਚਾਰਜ ਦੇਣ ਤੋਂ ਬਾਅਦ ਇਹਦੇ ਤੇ ਜਿਹੜਾ ਪੋਟੈਂਸ਼ੀਅਲ ਹੈ ਉਹ 2 ਵੋਲਟ ਦਾ, ਠੀਕ ਹੈ, ਇਹੀ ਲਿਖਿਆ ਹੋਇਆ। ਤੁਸੀਂ ਕੀ ਕਰਨਾ ਹੈ ਕਿ ਐਵੇਂ ਦੀ ਜਿਹੜੀ ਇੱਕ ਸੀ ਐਵੇਂ ਦੇ ਆਇਡੈਂਟੀਕਲ ਸਾਈਜ਼ ਦੇ ਟੋਟਲ 27 ਬਣਾਉਣੇ ਆ, ਉਹਨਾਂ ਸਾਰਿਆਂ ਨੂੰ ਮਿਲਾ ਦੇਣਾ, ਠੀਕ ਹੈ। ਜਦੋਂ ਤੁਸੀਂ ਸਾਰਿਆਂ ਨੂੰ ਮਿਲਾ ਦੋਗੇ, ਮੈਂ ਤੁਹਾਨੂੰ ਮਿਲਾ ਕੇ ਦਿਖਾਵਾਂ, ਆ ਦੇਖੋ ਇਦਾਂ ਐਵੇਂ ਜਦੋਂ 27 ਮਿਲ ਗਈਆਂ ਤਾਂ ਜਿਹੜੀ ਇੱਕ ਵੱਡੀ ਡ੍ਰੌਪ ਬਣੇਗੀ। ਜੇ ਇੱਕ ਦਾ ਪੋਟੈਂਸ਼ੀਅਲ 2 ਵੋਲਟ ਤਾਂ ਐਵੇਂ ਦੀਆਂ 27 ਡ੍ਰੌਪਸ ਦਾ ਪੋਟੈਂਸ਼ੀਅਲ ਮਿਲਾ ਕੇ ਕਿੰਨਾ ਬਣੇਗਾ? ਸੋ ਕਿਵੇਂ ਕਰਾਂਗੇ ਇਸ ਕੁਐਸਚਨ ਨੂੰ? ਇਟਸ ਅ ਵੈਰੀ ਇੰਟਰਸਟਿੰਗ ਕੁਐਸਚਨ ਐਂਡ ਵੈਰੀ ਈਜ਼ੀ ਆਲਸੋ, ਠੀਕ ਹੈ। ਮੈਂ ਬਬਲ ਬਣਾਇਆ ਪਰ ਤੁਸੀਂ ਇਹਨੂੰ ਇਦਾਂ ਮੰਨਣਾ ਕਿ ਸਾਡੇ ਕੋਲ ਡ੍ਰੌਪਸ ਨੇ, ਠੀਕ ਹੈ, ਡ੍ਰੌਪਸ, ਕਿਉਂਕਿ ਮੈਂ ਕੁਐਸਚਨ ਡ੍ਰੌਪਸ ਵਾਲਾ ਬਣਾਇਆ ਹੋਇਆ। ਸੋ ਕੁਐਸਚਨ ਇਦਾਂ ਦਾ ਬੇਟੇ ਕਿ ਸਾਨੂੰ ਇਹ ਪਤਾ ਹੈ ਕਿ ਜੇਕਰ ਇੱਕ ਡ੍ਰੌਪ ਜੇ ਲਈਏ, ਇੱਕ ਡ੍ਰੌਪ ਤੇ ਜੇ ਮੰਨ ਲਓ ਚਾਰਜ Q ਹੈ, ਛੋਟਾ ਤਾਂ ਨਹੀਂ ਬਣਾਵਾ ਨਾ, ਜੇ ਆਪਾਂ ਇੱਕ ਡ੍ਰੌਪ ਲਈਏ ਜਿਹਦੇ ਤੇ ਚਾਰਜ ਜਿਹੜਾ ਉਹ ਸਮਾਲ q ਹੈ ਤੇ ਉਹਦਾ ਰੇਡੀਅਸ ਸਮਾਲ r ਹੈ, ਤਾਂ ਫਿਰ ਇਹਦੇ ਸਰਫੇਸ ਤੇ ਜਿਹੜਾ ਪੋਟੈਂਸ਼ੀਅਲ ਹੋਊਗਾ ਉਹਦਾ ਨਾਮ v ਰੱਖ ਦਿੰਦੇ ਆ। ਉਹ ਬਰਾਬਰ ਕਿਹਦੇ ਹੋਏਗਾ? kq/r। ਇਹਨੂੰ ਆਪਾਂ ਨੰਬਰ 1 ਪਾ ਦਿੰਦੇ। ਇਜ਼ ਦੈਟ ਓਕੇ? ਹੁਣ ਐਵੇਂ ਦੀਆਂ 27 ਡ੍ਰੌਪਸ, 27 ਸੱਚ ਡ੍ਰੌਪਸ ਮਿਲ ਕੇ ਇੱਕ ਵੱਡੀ ਡ੍ਰੌਪ ਬਣਾ ਦਿੰਦੇ, ਠੀਕ ਹੈ। ਤਾਂ ਆਪਾਂ ਇਹ ਦੱਸਣਾ ਹੈ ਕਿ ਇਸ ਡ੍ਰੌਪ ਜਿਹੜੀ ਇਹ ਵੱਡੀ ਬਣੇਗੀ ਤਾਂ ਰੇਡੀਅਸ ਦਾ ਨਾਮ ਕੈਪੀਟਲ R ਰੱਖ ਦਿੰਦੇ ਆ, ਇਹਦੇ ਤੇ ਜਿਹੜਾ ਚਾਰਜ ਆਏਗਾ ਉਹਦਾ ਨਾਮ ਕੈਪੀਟਲ Q ਰੱਖ ਦਿੰਦੇ ਆ। ਵੀ ਇਹਦਾ ਪੋਟੈਂਸ਼ੀਅਲ ਕਿੰਨਾ ਹੋਏਗਾ? ਲਾਈਕ ਕਿ ਬੜਾ ਸੌਖਾ ਕੰਮ ਹੈ। ਕਿੰਨਾ ਹੋਊਗਾ ਜੀ? ਕਹਿੰਦਾ V = K कैपिटल Q/कैपिटल R 1।
बट गल है कि कैपिटल क्यू कितना है, ਆਪਾਂ ਨੂੰ ਛੋਟੀ ਡ੍ਰੌਪ ਤੇ ਆਪਾਂ ਮੰਨ ਲਿਆ ਕਿ ਸਮਾਲ ਕਿਊ ਚਾਰਜ, ਨਾਲੇ ਆਪਾਂ ਨੂੰ ਇਹ ਪਤਾ ਹੈ ਕਿ ਇਹ 2 ਵੋਲਟ ਹੈ। ਬਟ ਅਬਾਊਟ ਨਿਊਮੈਰਿਕ ਵੈਲਿਊ ਕਿੰਨਾ ਨਿਊਮੈਰਿਕਲੀ ਆਨਸਰ ਆਏਗਾ ਇਹ ਆਪਾਂ ਦੱਸਣਾ ਹੈ, ਠੀਕ ਹੈ। ਤਾਂ ਆਪਾਂ ਕੀ ਕਰਾਂਗੇ ਇਦਾਂ ਦੇ ਕੇਸ ਦੇ ਵਿੱਚ, ਅਸੀਂ ਕਹਾਂਗੇ ਦੇਖੋ 27 ਡ੍ਰੌਪਸ, ਤੁਹਾਡੀ ਇੱਕ ਡ੍ਰੌਪ ਦਾ ਰੇਡੀਅਸ ਕਿੰਨਾ ਮੰਨਿਆ ਹੋਇਆ, ਕਹਿੰਦਾ ਸਮਾਲ ਆਰ। ਅਸੀਂ ਕਿਹਾ ਫਿਰ ਇਹਦਾ ਰੇਡੀਅਸ ਕਿੰਨਾ ਬਣੇਗਾ, ਦੇਖੋ ਕਹਿੰਦਾ ਵੀ 27 ਡ੍ਰੌਪਸ ਮਤਲਬ ਵਾਟਰ ਦੀਆਂ ਡ੍ਰੌਪਸ ਨੇ, ਜਦੋਂ ਮਿਲਦੀਆਂ ਜਾਣਗੀਆਂ ਕੀ ਨਹੀਂ ਬਦਲਣਾ, ਜਦੋਂ 27 ਦੀਆਂ 27 ਡ੍ਰੌਪਸ ਮਿਲ ਗਈਆਂ ਤਾਂ ਵੋਲਿਊਮ ਟੋਟਲ ਜਿਹੜਾ ਉਹ ਕਾਂਸਟੈਂਟ ਹੀ ਰਹਿਣਾ ਹੈ। ਇਹਨਾਂ 27 ਡ੍ਰੌਪਸ ਦਾ ਵੋਲਿਊਮ ਤੇ ਵੱਡੀ ਡ੍ਰੌਪ ਦਾ ਵੋਲਿਊਮ। ਹੁਣ ਤੁਹਾਨੂੰ ਪਤਾ ਕਿ ਸਫੀਅਰ ਦੇ ਵੋਲਿਊਮ ਦਾ ਕੀ ਫਾਰਮੂਲਾ ਹੁੰਦਾ, ਸਫੀਅਰ ਦੇ ਵੋਲਿਊਮ ਦਾ ਫਾਰਮੂਲਾ ਹੁੰਦਾ ਬੇਟੇ 4/3 ਪਾਈ ਆਰ ਕਿਊਬ ਇਨਟੂ, ਜੇ ਤੁਸੀਂ 27 ਕਰ ਦੋ ਤਾਂ ਇਹ 27 ਸੱਚ ਡ੍ਰੌਪਸ ਹੋ ਗਈਆਂ, ਲੇਕਿਨ ਇਹ ਮਿਲ ਕੇ ਕਿਹੜਾ ਸਫੀਅਰ ਬਣਾਉਂਦੀਆਂ ਨੇ ਵੱਡਾ, ਉਹ ਹੋ ਗਿਆ 4/3 ਪਾਈ ਕੈਪੀਟਲ ਆਰ ਕਿਊਬ, ਠੀਕ ਹੈ। ਇਹਨੂੰ ਰੇਜ਼ ਕਰ ਲਈਏ, ਆਪਣੀ ਨੀਡ ਹੈ ਆਪਾਂ ਐਂਡ ਤੇ ਕਰਨਾ ਹੈ, ਓਕੇ। ਇਹਦੇ ਤੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਜਿਹੜੀਆਂ 4/3 ਪਾਈ ਨਾਲ 4/3 ਪਾਈ ਗਿਆ ਚਲਾ, ਸੋ ਕੈਪੀਟਲ ਆਰ ਕਿਊਬ ਕਿਹਦੇ ਬਰਾਬਰ ਆ ਗਿਆ 27 ਟਾਈਮਸ ਸਮਾਲ ਆਰ ਕਿਊਬ। ਇਹਦਾ ਮਤਲਬ ਕੈਪੀਟਲ ਆਰ ਤੇ ਸਮਾਲ ਆਰ 'ਚ ਰਿਲੇਸ਼ਨ ਬਣ ਗਿਆ। ਜਦੋਂ ਤੁਸੀਂ ਇਹ ਪਾਵਰ 3 ਨੂੰ 1/3 ਕਰੋਗੇ ਤਾਂ 27 ਦਾ ਜਿਹੜਾ ਕਿਊਬ ਰੂਟ ਹੁੰਦਾ ਬੇਟੇ 3 ਹੁੰਦਾ, ਤੇ ਸਮਾਲ ਆਰ ਦਾ ਕਿਊਬ ਰੂਟ ਕਿੰਨਾ ਹੁੰਦਾ, ਸਮਾਲ ਆਰ, ਠੀਕ ਹੈ। ਸੋ ਇਹ ਤੁਹਾਡੇ ਕੋਲ ਆ ਗਿਆ ਬੇਟੇ ਆਰ, ਇਹਨੂੰ ਤੁਸੀਂ ਆਪਣੀ ਸਟਾਰ ਜਾਂ 1 ਪਾਇਆ ਹੈ, ਇਹਨੂੰ 2 ਪਾ ਦਿਓ। ਚਲੋ ਹੁਣ ਅਗਲੀ ਗੱਲ ਆਉਂਦੀ ਹੈ ਕਿ ਜਿਹੜੀ ਵੱਡੀ ਡ੍ਰੌਪ ਹੈ ਉਹਦਾ ਰੇਡੀਅਸ ਛੋਟੀ ਡ੍ਰੌਪ ਤੋਂ ਕਿੰਨਾ ਹੋ ਗਿਆ 3 ਟਾਈਮਸ। ਇਜ਼ ਦੈਟ ਓਕੇ। ਹੁਣ ਚਾਰਜ ਨੂੰ ਕੀ ਫਰਕ ਪਿਆ ਜਲਦੀ ਦੱਸੋ। ਚਾਰਜ ਸਕੇਲਰ ਕੁਆਂਟੀਟੀ ਹੈ, ਜੇ ਇੱਕ ਤੇ ਚਾਰਜ ਸਮਾਲ ਕਿਊ ਸੀ ਤਾਂ ਐਵੇਂ ਦੀਆਂ ਜਦੋਂ 27 ਮਿਲਣਗੀਆਂ ਤਾਂ ਚਾਰਜ ਸਕੇਲਰਲੀ ਐਡ ਹੋ ਜਾਏਗਾ। ਸਭ ਤੋਂ ਆਇਡੈਂਟੀਕਲ ਚਾਰਜ ਆਪਾਂ ਪੜਿਆ ਹੋਇਆ ਕਿ ਚਾਰਜ ਸਕੇਲਰ ਹੁੰਦਾ ਹੈ ਤੇ ਇਹਦਾ ਸਮ ਅਲਜਬਰਾਇਕ ਲਈਦਾ। ਤਾਂ ਆਲਸੋ ਜਿਹੜਾ ਕੈਪੀਟਲ ਕਿਊ ਹੈ ਉਹ ਬਰਾਬਰ ਕਿੰਨੇ ਆਏਗਾ ਬੇਟੇ 27 ਟਾਈਮਸ ਸਮਾਲ ਕਿਊ, ਠੀਕ ਹੈ। देयरफॉर ਜਿਹੜਾ ਪੋਟੈਂਸ਼ੀਅਲ ਆਊਗਾ ऑन बिगर ड्रॉप वो कितना होगा बेटे, वो आएगा के जेड़ा आपने लिखा सी कैपिटल क्यू बाई कैपिटल आर, लेकिन इतने वैल्यूज भर दो के टाइम्स इनकी वैल्यू कितनी भरोगे 27 क्यू, इनकी वैल्यू कितनी भरोगे 3 आर, ठीक है। तो ਤੁਹਾਡਾ आंसर कितना आ जाएगा, एक कट के बेटे 9 आ गया, तो 9 टाइम्स के क्यू बाई आर। लेकिन के क्यू बाई आर कौन है, ये तो स्मॉल वी है, ਇਹਦਾ ਮਤਲਬ ਇਹ ਹੋ ਗਿਆ ਕਿ 9 ਟਾਈਮਸ ਸਮਾਲ ਵੀ ਹੈ, ਤੇ ਜਿਹੜਾ ਸਾਡਾ ਉਹ ਵੀ ਹੈ ਉਹ ਕਿੰਨਾ ਸੀਗਾ ਇਹ ਵਾਲਾ, ਇਹ ਸਾਡਾ ਸੀ 2 ਵੋਲਟ। ਸੋ ਆਨਸਰ ਕਿੰਨਾ ਆ ਗਿਆ 9 × 2 ਯਾਨੀ ਕਿ ਕਿੰਨਾ 18 ਵੋਲਟ। ਇਜ਼ ਦੈਟ ਓਕੇ। ਇਹ ਕੰਪੀਟੀਸ਼ਨ ਚ ਜਦੋਂ ਕੁਐਸਚਨ ਆਏਗਾ ਨਾ ਯੂਜ਼ਲੀ ਜਿਹੜੀਆਂ ਨੇ ਇੱਥੇ 27 ਆ ਜਾਏ 64 ਆ ਜਾਏ 8 ਆ ਜਾਏ ਇਦਾਂ ਦੇ ਕੁਐਸਚਨ ਆਉਂਦਾ। ਜੇਕਰ ਆਪਾਂ ਇਨ ਜਨਰਲ ਇਸ ਕੁਐਸਚਨ ਨੂੰ ਕਰਨਾ ਹੋਵੇ ਤਾਂ ਫਿਰ ਕਿੱਦਾਂ ਕਰਾਂਗੇ। ਸੋ ਦੇਖਿਓ ਇੱਕ ਫਾਰਮੂਲਾ ਬਣਾ ਕੇ ਰੱਖ ਲਓ ਆਪਦੇ ਕੋਲ ਕਿ ਮੰਨ ਲਓ ਕਿ n ਡ੍ਰੌਪਸ ਸੀਗੀਆਂ ਉਹ ਮਿਲ ਕੇ ਛੋਟੀਆਂ ਇੱਕ ਵੱਡੀ ਡ੍ਰੌਪ ਬਣਾ ਲਈਆਂ। ਇਹ ਸਿਰਫ ਕੰਪੀਟੀਸ਼ਨ ਵਾਸਤੇ ਹੈ ਬੇਟੇ, ਠੀਕ ਹੈ, ਤਾਂ ਕਿ ਤੁਸੀਂ ਰਿਜ਼ਲਟ ਨੂੰ ਯਾਦ ਰੱਖ ਪਾਓ। ਸਾਨੂੰ ਪਤਾ ਹੈ ਕਿ ਜਦੋਂ ਤੁਸੀਂ ਇਹਨਾਂ ਦਾ ਵੋਲਿਊਮ ਕੱਢੋਗੇ ਤਾਂ 4/3 ਪਾਈ ਆਰ ਕਿਊਬ ਬਿਲਾ ਕੇ ਦੇਖੀ ਚੱਲਿਓ ਬਰਾਬਰ ਆਹ ਹੋਣਾ ਚਾਹੀਦਾ। ਇਥੋਂ ਕੈਪੀਟਲ ਆਰ ਦਾ ਕਿਊਬ ਕਿਹਦੇ ਬਰਾਬਰ ਆ ਗਿਆ n ਟਾਈਮਸ ਸਮਾਲ ਆਰ ਕਿਊਬ, ਇਜ਼ਨਟ ਇਟ। ਇਥੋਂ ਕੈਪੀਟਲ ਆਰ ਕਿਹਦੇ ਬਰਾਬਰ ਆ ਗਿਆ, ਉਹ ਆ ਗਿਆ ਇੱਕ ਕਿਊਬ ਉੱਧਰ ਜਾ ਕੇ ਕਿਊਬ ਰੂਟ ਬਣ ਗਿਆ, ਇੱਥੇ ਪਾਵਰ 1/3, ਇੱਥੇ ਆਰ ਕੱਲਾ ਆ ਗਿਆ, ਇੰਨਾ ਆ ਗਿਆ। ਉਸ ਤੋਂ ਬਾਅਦ ਅੱਗੇ ਚਲੋ, ਜੇਕਰ ਇਹਦੇ ਤੇ ਚਾਰਜ ਕਿਊ ਹੈ ਤਾਂ ਟੋਟਲ ਕੈਪੀਟਲ ਕਿਊ ਕਿੰਨਾ ਬਣੇਗਾ, ਉਹ ਹੋਏਗਾ n ਟਾਈਮਸ ਸਮਾਲ ਕਿਊ। ਆਈ ਹੋਪ ਯੂ ਆਰ ਗੈਟਿੰਗ ਦਿਸ, ਸਿੰਪਲ ਗੱਲਾਂ ਉਵੇਂ ਜਿਵੇਂ ਅੱਗੇ ਕੀਤਾ ਆਪਾਂ। ਤਾਂ v ਜਿਹੜਾ ਨਵਾਂ v ਹੈ ਉਹ ਕਿੰਨੇ ਬਰਾਬਰ ਆਏਗਾ, ਉਹ ਆਏਗਾ k कैपिटल क्यू की जगह कितना भरोगे n क्यू, तो नीचे कैपिटल आर की जगह कितना भरोगे आह भरोगे, तो n की पावर कितनी हो जाएगी 1 ऊपर है नीचे 1/3 है, 1 चो 1/3 माइनस करोगे तो कितना आ जाएगा बेटे, वो आ जाएगा 2/3 टाइम्स k क्यू बाई आर। एज सेड अर्लीयर एक k क्यू बाई आर साडा पहला छोटी ड्रॉप का पोटेंशियल होता है, जे मान लो मैं उन्होंने स्मॉल v नाल डिनोट करा तो इहदा मतलब कितना आ गया n की पावर 2/3 टाइम्स स्मॉल v। तुसीं वेरीफाई भी कर सकते हो, जिवें जे मैं इत्थे 27 भरा भी जे 27 ड्रॉप्स मिलदियां ने आंसर कितना होना सी 27 की पावर 2/3 नाल मल्टीप्लाई कर दो जेड़ा v है, 27 की पावर 2/3 कटो बेटे, ये कितना बनूगा 3 का क्यूब, आ जेड़ा है ये 3 का क्यूब है, जे मैं 3 का क्यूब लिखा आ दे कटेगे तो 3 का स्क्वायर कितना होगा 9, 9 × 2 कितना हो गया 18 वोल्ट। ठीक है, सो जे कोई याद रखना चाहते हो तो ये याद रख लो कि बड़ी ड्रॉप का पोटेंशियल छोटी ड्रॉप के मुकाबले इतना हो जाता है। Is that okay? So next question ਵੱਲ ਚੱਲਦੇ ਹਾਂ। next question ਤੁਹਾਡੇ ਕੋਲ ਸਕਰੀਨ ਤੇ ਅਵੇਲੇਬਲ ਹੈ ਬੇਟਾ, ਇਟਸ ਅ very important question। ਕੀ ਕੁਐਸਚਨ ਹੈ ਤੁਹਾਡੇ ਕੋਲ ਕਿ ਤੁਹਾਡੇ ਕੋਲ ਦੋ ਚਾਰजेस ਗਿਵਨ ਨੇ, ਹਨਾ, ਦੋ ਚਾਰजेस ਕਿਹੜੇ ਕਿਹੜੇ ਨੇ ਬੇਟੇ,
ਇੱਕ ਹੈਗਾ ਮਾਈਨਸ ਦਾ 5 ਮਾਈਕਰੋਕੂਲਮ, ਦੂਜਾ ਹੈਗਾ 10 ਮਾਈਕਰੋਕੂਲਮ, ਤੇ ਦੋਨਾਂ 'ਚ ਡਿਸਟੈਂਸ ਕਿੰਨਾ ਹੈ 5 ਸੈਂਟੀਮੀਟਰ। ਪੱਕੀ ਗੱਲ ਹੈ ਕਿ ਪਿਆਰ ਬਾਹਲਾ ਇੱਕ ਦੂਜੇ ਵੱਲ ਨੂੰ ਆਉਣ ਨੂੰ ਤਰਸਦੇ ਨੇ, ਠੀਕ ਹੈ। ਅਸੀਂ ਕੀ ਕੀਤਾ ਕਿ ਇਹ ਆਉਣ ਨੂੰ ਤਰਸਦੇ ਨੇ, ਅਸੀਂ ਇਹਨਾਂ ਨੂੰ ਕੀ ਕਰਨਾ ਹੈ ਕਿ ਇਨਫਾਈਨਾਈਟ ਡਿਸਟੈਂਸ ਤੇ ਭੇਜਣਾ ਹੈ। ਕਿੰਨਾ ਵਰਕ ਕਰਨਾ ਪਏਗਾ ਇਹ ਕੱਢਣਾ। ਕੁਐਸਚਨ ਸਮਝ ਆ ਗਿਆ? ਸੋ ਬਹੁਤ ਸੌਖਾ ਹੈ, ਸੁਣਿਓ ਧਿਆਨ ਨਾਲ। ਐਕਚੁਅਲੀ ਕੀ ਸੀ ਨੇ ਕਿ ਜਿਵੇਂ ਇਹਨੂੰ ਬਸ ਇੱਕ ਵਾਰੀ ਸੁਣ ਲਓ ਤੇ ਇਹ ਤੋਂ ਬਾਅਦ ਪੱਕਾ ਕਰ ਲਓ ਦਿਮਾਗ 'ਚ ਕਿ ਇੱਕ -5 ਮਾਈਕਰੋਕੂਲਮ, ਇੱਕ 10 ਮਾਈਕਰੋਕੂਲਮ, ਦੋਨਾਂ 'ਚ ਡਿਸਟੈਂਸ ਕਿੰਨਾ ਸੀ ਬੇਟੇ 10 ਸੈਂਟੀਮੀਟਰ, ਓਕੇ। ਤੇ ਜੇ ਡਿਸਟੈਂਸ ਕਿੰਨਾ ਸੀ, ਸੌਰੀ 5 ਸੈਂਟੀਮੀਟਰ। ਜੇ ਤੁਸੀਂ ਇਹ ਵੇਖੋ ਵੀ ਇਹ ਅਟਰੈਕਟ ਕਰ ਰਹੇ ਨੇ, ਇਸ ਟਾਈਮ ਇਸ ਸਿਸਟਮ 'ਚ ਕੋਈ ਨਾ ਕੋਈ એનર્ਜੀ ਸਟੋਰਡ ਹੈ। ਜਿਵੇਂ ਅਸੀਂ ਕੱਲ ਪੜ੍ਹਿਆ ਸੀਗਾ ਪਿਛਲੀ ਕਲਾਸ 'ਚ ਕਿ ਉਹ ਪੋਟੈਂਸ਼ੀਅਲ એનર્ਜੀ ਹੁੰਦੀ ਹੈ। ਤਾਂ ਪੋਟੈਂਸ਼ੀਅਲ એનર્ਜੀ ਕਿੰਨੀ ਹੈ ਇਸ ਸਿਸਟਮ ਦੀ, U = K Q1 Q2 by small r। K ਕਿੰਨਾ ਹੁੰਦਾ ਹੈ 9 × 10⁻⁹। Q1 ਕਿੰਨਾ ਹੈ -5 ਲਿਖਾਂਗੇ ਆਪਾਂ, ਇੰਟੂ ਕਿੰਨਾ ਆ 10, ਤੇ ਮਾਈਕਰੋ ਮਲਟੀਪਲਾਈ ਹੋ ਗਏ, ਬਹੁਤ ਕੀਤਾ ਬੇਟੇ ਆਪਾਂ ਇਦਾਂ ਦਾ ਕੰਮ। 10⁻⁴ ਕਿੰਨੀ ਬਣ ਜਾਏਗੀ, ਮਾਈਕਰੋ ਤੇ ਮਾਈਕਰੋ ਮਲਟੀਪਲਾਈ ਕਰਕੇ -12, ਤੇ ਨੀਚੇ r ਕਿੰਨਾ ਹੈ 5 ਤੇ ਨਾਲ ਕਿੰਨਾ 10⁻⁻2। ਇਜ਼ ਦੈਟ ਓਕੇ? ਸੋ ਇਹ એનર્ਜੀ ਘਟਾ ਦੋ ਪਹਿਲਾਂ ਵੀ ਸਿਸਟਮ ਦੀ ਕਿੰਨੀ એનર્ਜੀ ਹੈ। ਤਾਂ ਮੇਰੇ ਕੋਲ ਜਿਹੜੀ એનર્ਜੀ ਆ ਗਈ ਉਹ ਕਿੰਨੀ ਆ ਗਈ 5 ਨਾਲ 5 ਗਿਆ ਬੇਟੇ, ਹਨਾ। ਸੋ ਕੱਲਾ 9 ਹੀ ਬਚਿਆ, ਬਾਕੀ ਤਾਂ 10 ਦੀਆਂ ਪਾਵਰਾਂ ਹੀ ਕੈਲਕੂਲੇਟ ਕਰਨੀਆਂ ਯਾਰ, ਕਰਵਾ ਦੋ। ਪਾਵਰ ਕਿਵੇਂ ਕੈਲਕੂਲੇਟ ਕਰੋਗੇ, ਚਲੋ ਸ਼ੁਰੂ ਕਰੋ। 9 ਤੇ 1 10 ਹੋ ਗਿਆ, ਇੱਕ ਆ 9 ਤੇ ਇੱਕ ਆ 1 10, ਇੱਕ ਆ ਮਾਈਨਸ ਦਾ 2 ਵੀ ਉੱਪਰ ਜਾ ਕੇ ਪਲੱਸ ਹੋ ਜਾਣਾ, ਤਾਂ 10 ਤੇ 2 ਕਿੰਨਾ ਹੋ ਗਿਆ 12 ਹੋ ਗਿਆ। 12 ਚੋਂ ਆ 12 ਵੀ ਮਾਈਨਸ ਹੋ ਜਾਣਾ, ਬਹੁਤ ਕਿੱਦਾਂ ਸੌਖਾ ਬਣ ਗਿਆ। ਇਹਨਾਂ ਵੱਲੋਂ ਕਿੰਨਾ ਬਣ ਗਿਆ 0, ਯਾਨੀ ਕਿ ਕਿੰਨਾ ਆਨਸਰ ਆ ਗਿਆ 9 ਜਾਊ ਨੈਗੇਟਿਵ ਦਾ ਨਾਲ, ਹਨਾ, ਨੈਗੇਟਿਵ ਦਾ। ਇਹਨਾਂ ਮਤਲਬ ਇਸ ਵਕਤ ਇਸ ਸਿਸਟਮ ਕੋਲ ਇੰਨੀ એનર્ਜੀ ਹੈਗੀ ਹੈ, ਮਾਈਨਸ ਦਾ 9 ਜਾਊ। ਹੁਣ ਸਾਨੂੰ ਇਹ ਪਤਾ ਹੈ ਕਿ ਜੇ ਅਸੀਂ ਇਹਨੂੰ ਸੈਪਰੇਟ ਕਰਨਾ ਹੈ ਤਾਂ ਜਿੰਨੀ ਇਸ ਸਿਸਟਮ 'ਚ એનર્ਜੀ ਸਟੋਰਡ ਹੈ ਇੰਨਾ ਹੀ ਆਪੋਜ਼ਿਟ ਆਪਾਂ ਨੂੰ ਇਹਦੇ ਵਰਕ ਕਰਨਾ ਪਏਗਾ, ਇਨਫਿਨਿਟੀ ਤੇ ਲੈ ਕੇ ਜਾਣਾ ਹੈ। ਤਾਂ ਸਮਝੋ ਗੱਲ ਨੂੰ, ਇੱਕ ਦੂਜੇ ਦੇ એનર્ਜੀ ਹੀ ਬੇਟਾ ਵਰਕ 'ਚ ਬਦਲਦੀ ਹੈ, ਵਰਕ ਕਰੀਏ ਤਾਂ એનર્ਜੀ ਬਣ ਜਾਂਦੀ ਹੈ ਆਪਣੇ ਕੋਲ। ਸੋ ਆਪਾਂ ਬੋਲਾਂਗੇ ਕਿ ਵਰਕ ਕਿੰਨਾ ਕਰਨਾ ਪਏਗਾ, ਦੇਅਰਫੋਰ ਵਰਕ ਨੀਡਡ ਟੂ ਬੀ ਡਨ, ਜਦੋਂ ਤੁਸੀਂ ਇਨਫਿਨਿਟੀ ਤੇ ਲੈ ਕੇ ਜਾਣਾ ਯਾਦ ਰੱਖਿਓ ਉਹ ਕਿੰਨਾ ਹੋਊਗਾ, ਉਹ ਪਲੱਸ ਦਾ 9 ਜਾਊ। ਇਜ਼ ਦੈਟ ਓਕੇ? ਸੋ ਇਟਸ ਅ ਵੈਰੀ ਇੰਪੋਰਟੈਂਟ ਕੁਐਸਚਨ। ਦਿਸ ਵਾਸ ਕੁਐਸਚਨ ਨੰਬਰ 2। ਕੁਐਸਚਨ ਨੰਬਰ 3 ਤੁਹਾਡੇ ਕੋਲ ਸਕਰੀਨ ਤੇ ਹੈ, ਇਸ ਤੋਂ ਬਾਅਦ ਆਪਾਂ ਡੈਮੋਨਸਟ੍ਰੇਸ਼ਨ ਵਾਲਾ ਕੰਮ ਸ਼ੁਰੂ ਕਰਨਾ ਹੈ। ਸੋ ਕੁਐਸਚਨ ਨੰਬਰ 3 ਵੀ ਇਹਦੇ ਨਾਲ ਜੁੜਿਆ ਹੋਇਆ ਹੈ। ਕੁਐਸਚਨ ਫਿਰ ਦੁਬਾਰਾ ਉਦਾਂ ਦਾ ਹੀ ਹੈ ਕਿ ਸਾਡੇ ਕੋਲ ਹੁਣ ਫਿਰ ਦੋ ਚਾਰਜਿਸ ਨੇ, ਇੱਕ 5 ਮਾਈਕਰੋਕੂਲਮ, ਇੱਕ 10 ਮਾਈਕਰੋਕੂਲਮ, ਤੇ ਦੋਨਾਂ ਦੀ ਡਿਸਟੈਂਸ ਅਜੇ ਵੀ 5 ਸੈਂਟੀਮੀਟਰ ਹੈ। ਲੇਕਿਨ ਇਸ ਵਾਰ ਅਸੀਂ ਕੀ ਕਰਨਾ ਚਾਹੁੰਦੇ ਹਾਂ, ਇਸ ਵਾਰ ਅਸੀਂ ਕੀ ਕਰਦੇ ਹਾਂ ਕਿ ਇਹਨਾਂ ਨੂੰ ਛੱਡ ਦਿੱਤਾ। ਜਦੋਂ ਇਹਨਾਂ ਨੂੰ ਛੱਡੋਗੇ ਤਾਂ ਹੁਣ ਕੀ ਕਰਨਗੇ, ਇਹ ਆਪਸ ਵਿੱਚ ਇੱਕ ਦੂਜੇ ਵੱਲ ਨੂੰ ਨਹੀਂ ਆਉਣਗੇ। ਇਹ ਤਾਂ ਸਪ੍ਰਿੰਗ ਵਾਲਾ ਕੰਮ ਹੋ ਗਿਆ ਨਾ ਬੇਟੇ। ਇਹ ਤਾਂ ਜਦੋਂ ਇਹ ਰੱਖਿਆ ਨਾ, ਇਹ ਤਾਂ ਦੂਰ ਜਾਣਾ ਚਾਹੁੰਦੇ ਨੇ, ਤਾਂ ਆਪਾਂ ਇਹਨਾਂ ਨੂੰ ਦੂਰ ਜਾਣ ਦੇਣਾ। ਤਾਂ ਕੁਐਸਚਨ ਕੀ ਬੇਟੇ, ਪਹਿਲੀ ਗੱਲ ਹੈ ਕਿ ਜਦੋਂ ਇਹ ਇੱਥੋਂ ਚੱਲ ਕੇ 10 ਸੈਂਟੀਮੀਟਰ ਤੇ ਪਹੁੰਚਣਗੇ ਤਾਂ ਆਪਾਂ ਦੱਸਣਾ ਕਿ ਕਿੰਨੀ ਪੋਟੈਂਸ਼ੀਅਲ એનર્ਜੀ ਬਦਲੇਗੀ। ਇਟਸ ਅ ਵੈਰੀ ਈਜ਼ੀ ਕੁਐਸਚਨ। ਬਦਲੀ ਕਿਵੇਂ ਕੱਢੀ ਹੁੰਦੀ, ਫਾਈਨਲ ਮਾਈਨਸ ਇਨੀਸ਼ੀਅਲ। ਤਾਂ ਮੈਨੂੰ ਇਨੀਸ਼ੀਅਲ ਜਿਹੜੀ ਘਟਾ ਦੋ ਬੇਟਾ એનર્ਜੀ ਕਿੰਨੀ, ਇਨੀਸ਼ੀਅਲ ਦਾ ਫਾਰਮੂਲਾ ਆਏਗਾ K Q1 Q2 by R। ਬਟ ਸੋਲਵ ਕਾਹਦਾ ਕਰਾਂ ਯਾਰ, ਇਹ ਪਤਾ ਹੀ ਆਪਾਂ ਨੂੰ ਇਹ ਕਿੰਨਾ ਆਏਗਾ, ਆ ਪਿਆ। ਬਸ ਇਹਦੇ ਚ ਫਰਕ ਹੀ ਹੈ, ਸਿਰਫ ਪਲੱਸ ਦਾ ਹੀ ਫਰਕ ਹੈ ਨਾ, ਤੇ ਇਹ 9 ਜਾਊ ਆਏਗਾ। ਇਜ਼ ਦੈਟ ਓਕੇ? ਹੁਣ ਵੇਖਿਆ ਜੇ ਮੈਂ ਕਿਵੇਂ ਜਲਦੀ ਕੱਢਦਾ ਇਸ ਕੁਐਸਚਨ ਨੂੰ, ਕਿ ਮੈਨੂੰ ਇਨੀਸ਼ੀਅਲ એનર્ਜੀ ਪਤਾ ਹੈ ਕਿ 9 ਜਾਊ ਹੈ। ਇਸ ਤੋਂ ਬਾਅਦ ਡਿਸਟੈਂਸ ਜਿਹੜਾ ਉਹ ਕਿੰਨਾ ਹੋ ਗਿਆ 5 ਤੋਂ 10 ਹੋ ਗਿਆ ਬੇਟੇ, ਹੈਨਾ। ਜੇ 5 ਤੋਂ 10 ਹੋ ਗਿਆ, ਇਹਨਾਂ ਮਤਲਬ ਹੈ ਕਿ ਜਿਹੜੀ ਤੁਹਾਡੀ ਫਾਈਨਲ એનર્ਜੀ ਹੈ ਉਹ ਕਿੰਨੀ ਹੋ ਜਾਏਗੀ। ਪੱਕੀ ਗੱਲ ਹੈ ਬੇਟੇ, ਜਦੋਂ ਦੂਰ ਜਾਣਗੇ ਤਾਂ ਡਿਸਟੈਂਸ ਵਧੇਗਾ, ਜੇ ਡਿਸਟੈਂਸ ਵਧੇਗਾ ਤਾਂ એનર્ਜੀ ਕੀ ਕਰੇਗੀ, ਘਟੇਗੀ ਸਿਸਟਮ ਦੀ, ਹੈਨਾ। ਜਿਵੇਂ ਸਪ੍ਰਿੰਗ ਹੈ, ਜਦੋਂ ਕੰਪਰੈਸ ਕੀਤਾ ਹੋਵੇ ਉਹਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ એનર્ਜੀ, ਜਦੋਂ ਛੱਡ ਦਿੰਦੇ ਹੋ ਤਾਂ ਪੋਟੈਂਸ਼ੀਅਲ એનર્ਜੀ ਘਟਦੀ ਹੈ, ਹੈਨਾ। ਸੋ ਕਿੰਨੀ ਘਟੇਗੀ, ਮੈਂ ਕਹਿੰਦਾ ਦੇਖ ਸਿੱਧਾ ਜਿਹਾ ਹਿਸਾਬ ਹੈ ਯਾਰ, ਪਹਿਲਾਂ ਨਾਲੋਂ ਡਿਸਟੈਂਸ ਕੀ ਹੋ ਜਾਣਾ, ਇਹ 5 ਹੈ, ਅਸੀਂ ਡਿਸਟੈਂਸ ਕਿੰਨਾ ਕਰਨਾ ਡਬਲ। ਜੇ ਡਿਸਟੈਂਸ ਡਬਲ ਕਰੋਗੇ ਤਾਂ ਆਨਸਰ ਨੂੰ ਕੀ ਫਰਕ ਪਏਗਾ, ਜੇ ਨੀਚੇ ਡਬਲ ਹੋ ਜਾਵੇ, ਡਿਨੋਮੀਨੇਟਰ ਡਬਲ ਹੋ ਜਾਏ ਤਾਂ ਆਨਸਰ ਨੂੰ ਕੀ ਫਰਕ ਪਏਗਾ, ਕਿੰਨਾ ਫਰਕ ਪਏਗਾ। ਜੇ ਇਹਨੂੰ ਡਬਲ ਕਰੋਗੇ ਤਾਂ ਇਹਨਾਂ ਮਤਲਬ ਇਹ ਹਾਫ ਰਹਿ ਜਾਏਗਾ, ਯਾਨੀ ਕਿ ਕਿੰਨਾ ਆਏਗਾ 4.5 ਜਾਊ। ਤਾਂ ਫਿਰ ਚੇਂਜ ਕਿੰਨੀ ਆਈ, ਚੇਂਜ कितनी आ गई, वो आएगी दिस फाइनल माइनस इनिशियल, तो यू एफ माइनस यू आई। तो कितना करोगे 4.5 माइनस 9, यानी कि आंसर कितना हो गया 4.5 जाओ। ठीक है, आई होप कि तो ये गल क्लियर है। अगला क्वेश्चन सेकंड पार्ट की बनाया हुआ आप,
ਸੈਕਿੰਡ ਪਾਰਟ ਚ ਕੀ ਕਿ ਇਹਨੂੰ ਰਿਲੀਜ਼ ਕੀਤਾ, ਰਿਲੀਜ਼ ਕਰਕੇ ਇਨਫਾਈਨਾਈਟ ਤੱਕ ਜਾਣ ਦਿੱਤਾ। ਸੋਚੋ ਕੀ ਹੋਊਗਾ, ਇਨੀਸ਼ੀਅਲ ਇੰਨੀ ਰਹਿਣੀ ਹੈ, ਫਾਈਨਲ ਕਿੰਨੀ ਹੋ ਜਾਏਗੀ, ਜਦੋਂ ਤੁਸੀਂ ਦੂਰ ਜਾਈ ਜਾਓਗੇ ਅਲਟੀਮੇਟਲੀ ਕੀ ਹੋਊਗਾ, ਜਿਹੜੀ એનર્ਜੀ ਉਹ ਕਿੰਨੀ ਹੋ ਜਾਏਗੀ, ਜ਼ੀਰੋ, ਹੈ ਨਾ। ਜੇ ਜ਼ੀਰੋ ਹੋ ਗਈ ਤਾਂ ਸੈਕਿੰਡ ਕੁਐਸਚਨ ਆਂਸਰ ਕੀ ਬਣੇਗਾ, ਆ ਜ਼ੀਰੋ ਹੋ ਜਾਏਗਾ, ਆ 9 ਰਹੇਗਾ, ਜ਼ੀਰੋ ਚੋਂ 9 ਮਾਈਨਸ ਕਰੋਗੇ ਕਿੰਨਾ ਆਏਗਾ, -9। ਇਜ਼ ਦੈਟ ਓਕੇ। ਸੋ ਇਹ ਬੜੇ ਇੰਪੋਰਟੈਂਟ ਕੁਐਸਚਨ ਹੈ ਤੁਹਾਡੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ। ਇਹ ਖਤਮ ਹੋਏ, ਮੈਂ ਇਹਨੂੰ ਕਰਦਾ ਇਰੇਜ਼, ਫਿਰ ਆਪਾਂ ਚੱਲਦੇ ਹਾਂ ਡਾਈਪੋਲ ਵਾਲੇ ਕੁਐਸਚਨ ਤੇ ਕਿ ਤੁਸੀਂ એનર્ਜੀ ਕੱਢਣੀ ਹੈ ਇਸ ਵਾਰ ਫਿਰ ਦੁਬਾਰਾ, ਲੇਕਿਨ ਡਾਈਪੋਲ ਦੀ ਕੱਢਣੀ ਹੈ ਤੇ ਡਾਈਪੋਲ ਨੂੰ ਫੀਲਡ 'ਚ ਰੱਖ ਕੇ ਉਹਦੇ ਨਾਲ ਪੰਗੇ ਲੈਣੇ ਆ। ਮੈਂ ਇਹਨੂੰ ਇਰੇਜ਼ ਕਰ ਲਾਂ। ਬੇਟਾ ਇਸ ਟੌਪਿਕ ਨੂੰ ਕਰਨਾ ਇਦਾਂ ਕਿ ਤੁਸੀਂ ਦੂਜਿਆਂ ਲਈ ਵੀ ਮਿਸਾਲ ਬਣ ਸਕੋ। ਇਹ ਟੌਪਿਕ ਮੈਂ ਦੇਖੋਗੇ ਨਾ, ਮੈਂ ਤੁਹਾਨੂੰ ਹੁਣ ਕਰਵਾ ਰਿਹਾ, ਹੋ ਸਕਦਾ ਹੈ ਕਿ ਤੁਹਾਨੂੰ ਸਕੂਲਾਂ ਦੇ ਵਿੱਚ ਇਹ ਟੌਪਿਕ ਪਹਿਲਾਂ ਹੀ ਕਰਵਾ ਦਿੱਤਾ ਗਿਆ ਹੋਵੇ ਜਾਂ ਕਰਵਾ ਦਿੱਤਾ ਜਾਇਆ ਕਰੇਗਾ। ਇਲੈਕਟ੍ਰਿਕ ਫੀਲਡ ਵਾਲੇ ਚੈਪਟਰ ਦੇ ਨਾਲ ਇਹਨੂੰ ਕਰਵਾ ਦਿੰਦੇ ਨੇ, ਤਾਂ ਮੈਨੂੰ ਇੱਥੇ ਵਧੀਆ ਲੱਗਦਾ ਹੈ ਕਿਉਂਕਿ ਇੱਥੇ ਜ਼ਿਆਦਾ ਇਹਨੂੰ ਐਲਾਬੋਰੇਟ ਕੀਤਾ ਜਾ ਸਕਦਾ, ਤੁਹਾਡੇ ਨਾਲ ਕਈ ਪਹਿਲੂ ਮੈਂ ਡਿਸਕਸ ਕਰ ਸਕਦਾ। ਤਾਂ ਟੌਪਿਕ ਇਹ ਹੈ ਕਿ ਤੁਸੀਂ ਇੱਕ ਡਾਈਪੋਲ ਨੂੰ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਣਾ ਹੈ ਤੇ ਉਹਦੇ ਤੇ ਆਪਾਂ ਕਿੰਨੀ ਪੋਟੈਂਸ਼ੀਅਲ એનર્ਜੀ ਸਟੋਰ ਹੋਏਗੀ ਉਹ ਦੇਖਣਾ, ਕਿੱਦਾਂ ਇਹਦੇ ਬਾਰੇ ਗੱਲ ਕਰਦੇ ਆ। ਉਦੋਂ ਪਹਿਲਾਂ ਕੁਝ ਪੁਆਇੰਟਸ ਜਿਹੜੇ ਤੁਸੀਂ ਯਾਦ ਰੱਖਣੇ ਪੁਰਾਣੇ ਕੰਮ ਦੇ ਵਿੱਚੋਂ, ਕਿ ਸਾਨੂੰ ਪਤਾ ਹੈ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿੰਨੇ ਬਰਾਬਰ ਹੁੰਦੀ ਹੈ, ਉਹਦੀ ਫੋਰਸ ਪਰ ਯੂਨਿਟ ਚਾਰਜ। ਡੈਮੋਨਸਟ੍ਰੇਸ਼ਨ ਦਾ ਸਵਾਦ ਉਦੋਂ ਆਏਗਾ ਜਦੋਂ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆਉਣਗੀਆਂ, ਠੀਕ ਹੈ। ਤਾਂ ਐਂਡ ਡਾਈਪੋਲ ਮੂਵਮੈਂਟ ਕਿੰਨੇ ਬਰਾਬਰ ਹੁੰਦਾ, ਉਹ ਹੁੰਦਾ Q × 2A, ਐਂਡ ਇਹਦੀ ਡਾਇਰੈਕਸ਼ਨ ਨੈਗੇਟਿਵ ਟੂ ਪੋਜ਼ਿਟਿਵ ਹੁੰਦੀ ਹੈ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਕਿਉਂ ਨੈਗੇਟਿਵ ਟੂ ਪੋਜ਼ਿਟਿਵ ਹੁੰਦੀ ਹੈ, ਕਿਉਂਕਿ ਡਾਈਪੋਲ ਕਿਵੇਂ ਰਹਿਣਾ ਪਸੰਦ ਕਰਦਾ ਹਮੇਸ਼ਾ, ਉਹ ਸਟੇਬਲ ਐ ਹੁੰਦਾ। ਜਦੋਂ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਪੋਜ਼ਿਟਿਵ ਤੋਂ ਨੈਗੇਟਿਵ ਹੁੰਦਾ, ਸਾਨੂੰ ਪਤਾ ਹੈ ਪੋਜ਼ਿਟਿਵ ਤੋਂ ਨੈਗੇਟਿਵ ਹੁੰਦਾ ਹੈ, ਡਾਈਪੋਲ ਉਹਦੇ ਵਿੱਚ ਉਲਟਾ ਰਹਿਣਾ ਪਸੰਦ ਕਰਦਾ, ਨੈਗੇਟਿਵ ਟੂ ਪੋਜ਼ਿਟਿਵ। ਸੋ ਇਸ ਕਰਕੇ ਥੋੜੀ ਸਿਮੈਟਰੀ ਜਾਂਦੀ ਜਾਂਦੀ ਹੈ ਕਿ ਇਹਦੀ ਡਾਇਰੈਕਸ਼ਨ ਫਰੋਮ ਨੈਗੇਟਿਵ ਟੂ ਪੋਜ਼ਿਟਿਵ ਲਈ ਜਾਂਦੀ ਹੈ। ਇਹ ਤੋਂ ਫਿਰ ਬਾਅਦ ਆਪਾਂ ਟਾਰਕ ਪੜ੍ਹੀ ਸੀ, ਟੋ ਵੈਕਟਰ ਜਿਹੜਾ ਸੀ ਉਹ ਬਰਾਬਰ ਸੀ P × E, ਜਿਹੜੀ ਕ੍ਰਾਸ ਮੈਨੇ ਕ੍ਰਾਸ ਪ੍ਰੋਡਕਟ ਹੈ, ਐਂਡ ਮੈਗਨੀਟਿਊਡ ਜੀ ਕਿੰਨੇ ਬਰਾਬਰ ਆਇਆ ਸੀ, PE sin θ। ਐਂਡ ਅਗਲੀ ਗੱਲ, ਇਹ ਤਾਂ ਵੈਸੇ ਸਿੰਪਲ ਦੀ ਗੱਲ ਹੈ ਕਿ ਵਰਕ ਯੂਜ਼ਲੀ ਕਿੰਨੇ ਬਰਾਬਰ ਹੁੰਦਾ, ਮੈਂ ਸਮਾਲ ਵਰਕ ਲਿਖਣਾ ਤਾਂ ਉਹ ਬਰਾਬਰ ਹੋਏਗਾ ਫੋਰਸ ਇਨ ਦੀ ਡਾਇਰੈਕਸ਼ਨ ਆਫ ਡਿਸਪਲੇਸਮੈਂਟ ਇਨਟੂ ਡਿਸਪਲੇਸਮੈਂਟ। ਉਹ ਇਹ ਪੜ੍ਹਿਆ ਹੋਇਆ। ਐਂਡ ਇੰਟੀਗ੍ਰੇਸ਼ਨ ਵਾਲੀ ਕਲਾਸ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਦੱਸਿਆ ਹੋਇਆ ਹੈ ਕਿ ਸਾਈਨ ਦਾ ਇੰਟੈਗਰਲ ਕਿੰਨਾ ਹੁੰਦਾ, ਮਾਈਨਸ ਦਾ ਕੋਸ, ਲਿਮਿਟਸ ਭਰ ਲਾਂਗੇ ਆਪਾਂ, ਠੀਕ ਹੈ। ਸੋ ਇਹਨਾਂ ਗੱਲਾਂ ਨੂੰ ਮੰਨ ਕੇ ਕਿ ਤੁਹਾਨੂੰ ਇਹ ਗੱਲਾਂ ਸਮਝਣੇ। ਹਾਂ, ਇੱਕ ਗੱਲ ਹੋਰ, ਪਿਛਲੇ ਆਪਾਂ ਹੁਣੇ ਜੇ ਕਰਕੇ ਹਟੇ ਕਿ ਜਿਹੜੀ ਪੋਟੈਂਸ਼ੀਅਲ એનર્ਜੀ ਹੁੰਦੀ ਕਿਸੇ ਵੀ ਸਿਸਟਮ ਦੀ, ਉਹਦਾ ਫਾਰਮੂਲਾ ਆਪਾਂ। ਸੋ ਇਹਨਾਂ ਗੱਲਾਂ ਨੂੰ ਲੈਂਦੇ ਹੋਏ ਮੈਂ ਸ਼ੁਰੂ ਕਰਦਾ ਟੌਪਿਕ ਨੂੰ, ਵੀ ਮੰਨ ਕੇ ਚੱਲਦਾ ਕਿ ਤੁਹਾਨੂੰ ਇਹ ਗੱਲਾਂ ਕਲੀਅਰ ਹੋ ਸਕਣ। ਹੁਣ ਕੁਐਸਚਨ ਕੀ ਆਪਣਾ ਆਪਾਂ ਨੂੰ ਸਾਰਿਆਂ ਨੂੰ ਕਲੀਅਰ ਹੈ ਕਿ ਵੀ ਆਪਾਂ ਪੋਟੈਂਸ਼ੀਅਲ એનર્ਜੀ ਕੱਢਣੀ ਹੈ ਇਸ ਡਾਈਪੋਲ ਦੀ, ਜਦੋਂ ਆਪਾਂ ਯੂਨੀਫਾਰਮ ਫੀਲਡ ਵਿੱਚ ਰੱਖਤਾ। ਤਾਂ ਧਿਆਨ ਨਾਲ ਦੇਖਿਓ ਮੈਂ ਕਿਵੇਂ ਇਹਨੂੰ ਬਾਈਫਿਕੇਟ ਕਰਦਾ ਜਾਂਦਾ। ਮੈਂ ਇਹਨੂੰ -Q ਨੂੰ ਕੀਤਾ ਵੀ -Q। ਇੱਕ ਗੱਲ ਦੱਸੀ ਵੀ ਜਦੋਂ ਡਾਈਪੋਲ ਐ ਟੇਢਾ ਰੱਖਿਆ ਹੋਇਆ, ਟੇਢਾ ਬੇਟੇ ਉਹ ਨਾ ਤਾਂ ਮੈਨੂੰ ਐ ਰੱਖਣਾ ਚਾਹੀਦਾ ਨਾ ਹੀ ਐ, ਇੱਕ ਜਨਰਲ ਲੋਕੇਸ਼ਨ ਹੈ ਕਿ ਇੱਥੇ ਪਿਆ, ਠੀਕ ਹੈ। ਐਂਡ ਆ ਜਿਹੜਾ ਐਂਗਲ ਹੈ ਇਹ ਕਿੰਨਾ ਮੰਨ ਲਿਆ ਕਿ ਥੀਟਾ। ਫੋਰ ਐਗਜ਼ਾਮਪਲ ਆਪਾਂ ਜਦੋਂ ਮੇਰੀ ਡਿਸਕਸ਼ਨ ਚੱਲੇਗੀ ਤਾਂ ਮੇਰੇ ਕੋਲ ਆਹ ਡਾਈਪੋਲ ਹੋਏਗਾ, ਇਸ ਡਾਈਪੋਲ ਨੂੰ ਮੈਂ ਵੈਨ ਡੀ ਗ੍ਰਾਫ ਜਨਰੇਟਰ ਦੇ ਨੇੜੇ ਹੁਣੇ ਲੈ ਕੇ ਜਾਵਾਂਗਾ, ਤਾਂ ਮੈਂ ਜਦੋਂ ਐ ਰਹਿਣਾ ਹੀ ਪਸੰਦ ਕਰਦਾ ਸਾਹਮਣੇ, ਹੈ ਨਾ, ਆਪਾਂ ਨੂੰ ਪਤਾ ਹੈ, ਬਟ ਮੈਂ ਇਹਨੂੰ ਐ ਰੱਖਣਾ ਪਸੰਦ ਕਰਾਂਗਾ ਪਹਿਲਾਂ, ਔਲ ਇਦਾਂ ਕਰਕੇ। ਫਿਰ ਇਹ ਕੀ ਕਰੇਗਾ, ਇਹਦਾ ਮਤਲਬ ਹੈ ਕਿ ਮੈਂ ਇੱਕ ਤਰੀਕੇ ਦੇ ਸਪਰਿੰਗ ਐ ਰਹਿਣਾ ਪਸੰਦ ਕਰਦਾ, ਇਦਾਂ ਦਾ ਮੰਨ ਲਓ 3 ਡਾਇਮੈਂਸ਼ਨਲ ਸਪਰਿੰਗ ਜਾਂ, ਤੇ ਮੈਂ ਇਹਨੂੰ ਐ ਕਰਾਂ, ਇਹਦੀ ਕੋਸ਼ਿਸ਼ ਕੀ ਹੋਏਗੀ ਦੁਬਾਰਾ ਐ ਜਾਣ ਦੀ, ਸਮਝਦੇ ਹੋ। ਸੋ ਆਪਾਂ ਇਹਨੂੰ ਜਨਰਲ ਐਂਗਲ ਤੇ ਰੱਖਾਂਗੇ, ਤਾਂ ਮੰਨ ਲੈਂਦੇ ਆ ਕਿ ਜਿਹੜਾ ਮੇਰਾ ਐਂਗਲ ਹੈ ਉਹ ਕਿੰਨਾ ਹੈ, ਠੀਕ ਹੈ। ਅਗਲੀ ਗੱਲ, ਸਾਨੂੰ ਇਹ ਪਤਾ ਹੈ ਕਿ ਆਹ ਵਾਲਾ ਜਿਹੜਾ ਐਂਡ ਹੈ ਇਹਦੇ ਤੇ ਫੋਰਸ ਲੱਗੇਗੀ, ਉਹ ਐ ਨੂੰ ਲੱਗੇਗੀ। ਹੁਣ ਫੋਰਸ ਕਿੰਨੀ ਹੋਏਗੀ, ਸਾਨੂੰ ਪਤਾ ਹੈ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ E ਹੈ। ਜੇ ਇਲੈਕਟ੍ਰਿਕ ਫੀਲਡ ਬਰਾਬਰ ਹੁੰਦੀ ਹੈ ਫੋਰਸ ਪਰ ਯੂਨਿਟ ਚਾਰਜ, ਪਲੱਸ ਚਾਰਜ, ਤੇ ਇੱਕ ਫੋਰਸ ਕਿਹਦੇ ਬਰਾਬਰ ਆਏਗੀ, Q0 × E। ਸੋ ਇੱਥੇ ਫੋਰਸ ਕਿੰਨੀ ਲੱਗੇਗੀ ਬੇਟੇ, ਉਹ ਹੋਏਗੀ Q0 × E, Q × E ਵਰਗ। ਹੁਣ ਅਗਲੀ ਗੱਲ, E ਤੁਹਾਡਾ ਐ ਨੂੰ ਹੈ, ਤੁਹਾਡੀ ਫੋਰਸ ਐ ਨੂੰ ਹੈ ਬਣੀ, ਤਾਂ ਦੋਨਾਂ ਦੀ ਡਾਇਰੈਕਸ਼ਨ ਆਪੋਜ਼ਿਟ ਹੈ, ਨੰਬਰ ਦੇ ਅੱਗੇ ਕੀ ਪਾਓਗੇ, ਮਾਈਨਸ ਦਾ ਆ ਵਾਲਾ ਸਾਈਨ। ਸਿਮਿਲਰਲੀ ਇਸ ਚਾਰਜ ਤੇ ਫੋਰਸ ਕਿੱਧਰ ਲੱਗੇਗੀ, ਉਹ ਐ ਨੂੰ ਲੱਗੇਗੀ, ਉਹ ਕਿੰਨੀ ਲੱਗੇਗੀ, +QE। ਸਮਝਦੇ ਹੋ ਕਿਉਂ, ਕਿਉਂਕਿ ਪੋਜ਼ਿਟਿਵ ਹੈ, ਪੋਜ਼ਿਟਿਵ ਨੂੰ ਆਹ ਵਾਲੀ ਸਾਈਡ ਵਾਲਾ ਨੈਗੇਟਿਵ ਕੀ ਕਰੇਗਾ, ਅਟਰੈਕਟ, ਐਂਡ ਇਧਰਲੇ ਪਾਸੇ ਉਲਟਾ ਹੋਊਗਾ। ਤਾਂ ਇਨ ਦਿਸ ਕੇਸ ਪਹਿਲੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਕਿ ਜਦੋਂ ਇਹ ਟੌਪਿਕ ਪੇਪਰ 'ਚ ਆ ਜਾਏ, ਡਿਪੈਂਡਿੰਗ ਅਪੋਨ ਇਟਸ ਮਾਰਕਸ, ਤੁਸੀਂ ਪਹਿਲਾਂ ਟਾਰਕ ਵੈਲਿਊਏਟ ਕਰਨੀ ਹੈ। ਜਦੋਂ ਤੁਸੀਂ ਟਾਰਕ ਕੱਢ ਦੋਗੇ ਤਾਂ ਤੁਹਾਨੂੰ ਪਤਾ ਕਿ ਜਿਹੜੀ ਟਾਰਕ ਐਕਟਿੰਗ ਹੈ ਨਾ ਕਿੰਨੀ ਹੁੰਦੀ ਹੈ, ਮੈਂ ਸਿੱਧੀ ਲਿਖਾਂਗਾ ਨਾ ਬੇਟੇ, ਹੁਣੇ ਦੇਖੋ, ਐਕਟਿੰਗ ਔਨ ਦ ਡਾਈਪੋਲ ਇਜ਼
होगी tau इज इक्वल टू PE sin थीटा। ਇਹਨੂੰ ਮੇਰੀ ਸਟਾਰ ਇਕੁਏਸ਼ਨ ਹੈ। ਹੁਣ ਅਸੀਂ ਕੀ ਕਰਨਾ ਹੈ, ਅਸੀਂ ਇਸ ਸਿਸਟਮ ਨੂੰ ਇਹ ਪੁੱਛਣਾ ਹੈ ਕਿ ਭਾਈ ਇੱਕ ਗੱਲ ਦੱਸੋ ਕਿ ਕੀ ਇਸ ਸਿਸਟਮ ਦੇ ਵਿੱਚ એનર્ਜੀ ਸਟੋਰਡ ਹੈ, ਕਹਿੰਦਾ ਹੈਗੀ ਹੈ, ਠੀਕ ਹੈ, ਕਿਉਂ ਹੈਗੀ ਦੱਸੋ। ਇਹਨਾਂ ਦੇਖੋ ਨੰਬਰ 1 ਤੇ ਇਸ ਹੁਣ ਆਹ ਗੱਲ ਜਿਹੜੀ ਮੈਂ ਜਿਹਦੇ ਕਰਕੇ ਇਸ ਚੈਪਟਰ ਜਿਹਨੂੰ ਕਰਾ ਰਿਹਾ ਹਾਂ ਧਿਆਨ ਨਾਲ ਸੁਣਨਾ। ਨੰਬਰ 1 ਤੇ ਕਹਿੰਦਾ ਵੀ ਇਹ ਦੋ ਚਾਰਜ ਨੇ, ਜਦੋਂ ਵੀ ਦੋ ਚਾਰਜ ਹੋਣ ਤੇ ਉਹਨਾਂ ਦਾ ਡਿਸਟੈਂਸ ਹੋਵੇ ਤਾਂ ਤੁਸੀਂ ਤੁਹਾਨੂੰ ਜਾਣਦੇ ਹੋ, ਤੁਸੀਂ K ਇੰਟੂ ਪਹਿਲਾ ਚਾਰਜ ਇੰਟੂ ਦੂਜਾ ਚਾਰਜ ਇੰਟੂ ਇਹਨਾਂ ਦੋਨਾਂ ਚ ਅਪੋਨ ਇਹਨਾਂ ਦੋਨਾਂ ਚ ਜਿਹੜਾ ਡਿਸਟੈਂਸ ਉਹ ਨੀਚੇ ਲਿਖ ਦੋਗੇ 2a ਹੁੰਦਾ ਹੈ, ਤਾਂ ਕਿੰਨਾ ਆ ਗਿਆ ਮਾਈਨਸ ਦਾ k^2 ਇੱਕ ਤਾਂ ਆ એનર્ਜੀ ਦਾ ਕੋਲ ਆਲਰੇਡੀ ਹੈਗੀ ਹੈ, ਠੀਕ ਹੈ। ਦੂਜੀ ਗੱਲ, ਕਿਉਂਕਿ ਇਹ ਫੀਲਡ 'ਚ ਬੈਠੇ ਨੇ ਤਾਂ ਫੀਲਡ ਵਿੱਚ ਇੱਥੇ ਆਪਦਾ ਪੋਟੈਂਸ਼ੀਅਲ ਹੈ, ਇੱਥੇ ਆਪਦਾ ਪੋਟੈਂਸ਼ੀਅਲ ਹੈ। ਜੇ ਅਗੇਨ ਜੇ ਤੁਸੀਂ ਪਿਛਲੀ ਕਲਾਸ ਲਾ ਕੇ ਇੱਥੇ ਪਹੁੰਚੇ ਹੋ ਤੁਹਾਨੂੰ ਪਤਾ ਕਿ ਇਹਨਾਂ ਦੋਨਾਂ ਜਗ੍ਹਾ ਤੇ ਇਸ ਫੀਲਡ ਦੇ ਕਰਕੇ ਵੀ એનર્ਜੀ ਸਟੋਰ ਹੈ। ਕਿੰਨੀਆਂ એનર્ਜੀਜ਼ ਹੋ ਗਈਆਂ, ਯਾਨੀ ਕਿ 3 ਹੋ ਗਈਆਂ। ਹੁਣ ਸਮਝ ਆ ਗਈ ਗੱਲ। ਤਾਂ ਹੁਣ ਚੌਥੀ ਗੱਲ ਇਹ ਹੈ ਕਿ ਜੇ ਇਹ ਸਾਰੇ ਲੈਵਲ ਨੂੰ ਮੈਂ ਮੰਨ ਕੇ ਹੁਣ ਮੈਂ ਕੀ ਕਰਾਂ ਕਿ ਇਹਨੂੰ ਕਹਾਂ ਵੀ ਨਹੀਂ ਇੱਥੇ ਨਹੀਂ ਤੂੰ ਐ ਥੋੜਾ ਮੂਵ ਕਰ, ਐ ਕਰਕੇ ਜਦੋਂ ਮੈਂ ਇਹਨੂੰ ਥੋੜਾ ਜਿਹਾ ਐ ਮੂਵ ਕਰਾਂਗਾ, ਮੰਨ ਲਓ ਕਿ ਮੈਂ ਇੱਕ ਵਾਰੀ ਇਮੇਜਿਨ ਕਰਦਾ ਕਿ ਮੈਂ ਇਹਨੂੰ ਇੱਕ ਡੈਲਟਾ ਥੀਟਾ ਐਂਗਲ ਦੇ ਇਦਾਂ ਲੈਂਦਾ, ਕਿੰਨੇ ਐਂਗਲ ਤੇ ਡੈਲਟਾ ਥੀਟਾ ਜਾਂ ਡੀ ਥੀਟਾ ਇਦਾਂ ਮੂਵ ਕਰਕੇ ਇਹਦੇ ਤੁਹਾਡੇ ਜਿਹੜਾ ਡਾਈਪੋਲ ਸੀ ਉਹ ਇੱਥੇ ਮੂਵ ਕਰਦਾ। ਜਦੋਂ ਮੈਂ ਇਦਾਂ ਮੂਵ ਕਰਾਂਗਾ ਤੇ ਉਹੀ ਸਪ੍ਰਿੰਗ ਵਾਲਾ ਕੰਮ ਆ ਗਿਆ, ਇਹ ਵਾਪਸ ਆਉਣ ਦੀ ਕੋਸ਼ਿਸ਼ ਕਰੇਗਾ, ਹੈ ਨਾ। ਤਾਂ ਇਹਦਾ ਮਤਲਬ ਹੈ ਕਿ ਮੈਂ ਵਰਕ ਕੀਤਾ ਹੈ, ਸਮਝਾਈ। ਫੋਰਸ ਲਾਈ, ਵੈਸੇ ਇੱਥੇ ਬੋਲਾਂਗੇ ਟਾਰਕ ਲਾਈ, ਕਿਉਂਕਿ ਅਸੀਂ ਟਾਰਕ ਦਿੱਤੀ, ਟਾਰਕ ਮੈਨੇ ਤਾਂ ਘੁਮਾਉਣਾ। ਤਾਂ ਫਿਰ ਜਦੋਂ ਟਾਰਕ ਦਿੱਤੀ ਤੇ ਨਾਲ ਨਾਲ ਕੀ ਆ ਗਿਆ ਬੇਟਾ ਸਾਡੇ ਕੋਲ, ਆਹ ਡਿਸਪਲੇਸਮੈਂਟ ਆ ਗਿਆ। ਇਸ ਡਿਸਪਲੇਸਮੈਂਟ ਦਾ ਨਾਮ ਯਾਦ ਹੈ ਕੀ ਬੋਲਦੇ ਇਹਨੂੰ ਬੋਲਦੇ ਐਂਗੂਲਰ ਡਿਸਪਲੇਸਮੈਂਟ। ਤਾਂ ਜਿਹੜੀ ਜਦੋਂ ਚੀਜ਼ਾਂ ਨੂੰ ਰੋਟੇਟ ਕਰਦੇ ਆ ਤਾਂ ਜਿਹੜੀ ਫਿਰ ਜਦੋਂ ਵਰਕ ਹੁੰਦਾ ਨਾ, small work done for small displacement, for small angular displacement rather, d theta is ਉਹ ਕਿੰਨਾ ਹੋਊਗਾ dw is equal to, ਹੁਣ ਧਿਆਨ ਨਾਲ ਸੁਣਨਾ ਮੇਰੀ ਗੱਲ। ਜਿਵੇਂ ਅਸੀਂ ਕਿਹਾ ਕਿ ਜਿਹੜੀ ਵਰਕ ਹੈ, ਮੈਂ ਸਿੰਪਲ ਦੀ ਗੱਲ ਕਰਦਾ, ਫੋਰਸ ਇਨਟੂ ਡਿਸਪਲੇਸਮੈਂਟ ਟਾਈਪ ਹੁੰਦੀ ਹੈ। ਹੁਣ ਜਦੋਂ ਰੋਟੇਸ਼ਨਲ ਮੋਸ਼ਨ ਹੁੰਦਾ ਹੈ ਉਦੋਂ ਡਿਸਪਲੇਸਮੈਂਟ ਲੀਨੀਅਰ ਨਾ ਹੋ ਕੇ ਕਿਹੜਾ ਹੋ ਜਾਂਦਾ ਹੈ, ਐਂਗੂਲਰ। ਸੋ ਇੱਥੇ ਆਪਾਂ ਲਿਖਾਂਗੇ d ਥੀਟਾ। ਐਂਡ ਮੈਂ ਬਲੀਵ ਇਹ ਕਰਕੇ ਚੱਲਦਾ ਕਿ ਤੁਹਾਨੂੰ ਇਹ ਗੱਲਾਂ ਦੀ ਸਮਝ ਨਹੀਂ ਸਮਝਦਾ, ਸਮਝ ਲਓ ਬੇਟੇ ਕਿ ਲੀਨੀਅਰ ਮੋਸ਼ਨ 'ਚ ਜਿਹੜਾ ਸਾਡੀ ਆਮ ਲਾਈਫ ਜਿਹੜਾ ਕੰਮ ਫੋਰਸ ਕਰਦੀ ਹੈ ਲੀਨੀਅਰ ਮੋਸ਼ਨ 'ਚ, ਰੋਟੇਸ਼ਨਲ ਮੋਸ਼ਨ ਜਦੋਂ ਚੀਜ਼ਾਂ ਘੁੰਮਣ ਲੱਗ ਪੈਂਦੀਆਂ ਤਾਂ ਅਸੀਂ ਫੋਰਸ ਨਹੀਂ ਬੋਲਦੇ, ਫਿਰ ਅਸੀਂ ਬੋਲਦੇ ਕਿ ਇਹਦੇ ਤੇ ਕੀ ਲੱਗਦੀ, ਟਾਰਕ। ਮਤਲਬ ਤੁਸੀਂ ਐ ਯਾਦ ਰੱਖ ਲਓ ਕਿ ਜਿਹੜਾ ਕੰਮ ਸਾਡੇ ਆਮ ਮੋਸ਼ਨ 'ਚ ਫੋਰਸ ਕੋਲ ਹੈ, ਲੀਨੀਅਰ ਮੋਸ਼ਨ 'ਚ ਫੋਰਸ ਕੋਲ ਹੈ, ਰੋਟੇਸ਼ਨਲ ਮੋਸ਼ਨ 'ਚ ਉਹੀ ਚੀਜ਼ ਕਿੰਦੇ ਕੋਲ ਹੈ, ਟਾਰਕ ਕੋਲ। ਸੋ ਜਿਵੇਂ ਆ ਹੋ ਗਿਆ ਡਿਸਪਲੇਸਮੈਂਟ, ਹੈ ਨਾ, ਤੇ ਫੋਰਸ ਦੀ ਜਗ੍ਹਾ ਇੱਥੇ ਕੀ ਲਿਖੋਗੇ, ਟਾਰਕ। ਹੁਣ ਲਿਆ ਕੇ ਟਾਰਕ ਦੀ ਵੈਲਿਊ ਭਰ ਦੋ ਬੇਟੇ ਸਟਾਰ ਇਕੁਏਸ਼ਨ ਤੋਂ, ਤਾਂ ਤੁਹਾਡਾ dw ਕਿਹਦੇ ਬਰਾਬਰ ਆ ਗਿਆ, dw ਬਰਾਬਰ ਆ ਗਿਆ PE sin ਥੀਟਾ ਤੇ ਨਾਲ ਕਿੰਨਾ d ਥੀਟਾ। ਇਹਦਾ ਮਤਲਬ ਇਹ ਹੋ ਗਿਆ ਕਿ ਸਮਾਲ ਵਰਕ ਕਰਨ ਦੇ ਨਾਲ, ਸਮਾਲ ਵਰਕ ਯਾਨੀ ਕਿ ਸਮਾਲ ਡਿਸਪਲੇਸਮੈਂਟ ਦੇਣ ਦੇ ਨਾਲ ਇੰਨੀ એનર્ਜੀ ਇਹਦੇ ਵਿੱਚ ਸਟੋਰ ਹੋ ਗਈ। ਮੈਂ ਮੰਨਦਾ ਜੇ ਮੈਨੂੰ ਇੱਥੋਂ ਲਿਜਾ ਕੇ ਛੱਡਾਂਗਾ ਤਾਂ ਕੀ ਕਰੇਗੀ, ਵਾਪਸ ਆਏਗੀ, ਠੀਕ ਹੈ। ਹੁਣ ਆਪਾਂ ਅਗਲੀ ਸਿਚੁਏਸ਼ਨ 'ਚ ਕੀ ਕਰਦੇ ਹਾਂ, ਆਪਾਂ ਕੀ ਕਰਦੇ ਹਾਂ, ਤਾਂ ਤੁਹਾਨੂੰ ਨਾਲ ਮੈਨੂੰ ਇਹ ਲੱਗਦਾ ਕਿ ਜੇ ਤੁਸੀਂ ਇੰਨਾ ਜਾਣਦੇ ਹੋ ਤਾਂ ਮੈਂ ਤੁਹਾਨੂੰ ਇੰਨਾ ਦਿਖਾ ਵੀ ਲਿਆ ਕਿ ਇੱਕ ਡਾਈਪੋਲ ਨੂੰ ਆਪਾਂ ਫੀਲਡ 'ਚ ਰੱਖਦੇ ਹਾਂ ਪਹਿਲੇ ਨੰਬਰ ਤੇ, ਠੀਕ ਹੈ। ਸੋ ਆਓ ਮੇਰੇ ਨਾਲ ਤੁਹਾਨੂੰ ਦਿਖਾਵਾਂ ਮੈਂ। ਸੋ ਆਹ ਆਪਣੇ ਕੋਲ ਡਾਈਪੋਲ ਹੋ ਗਿਆ, ਲੇਕਿਨ ਸਾਨੂੰ ਪਤਾ ਕਿ ਸਾਡੇ ਕੋਲ ਜਿਹੜਾ ਫੀਲਡ ਦਾ ਸੋਰਸ ਉਹ ਨੋਨ ਯੂਨੀਫਾਰਮ ਹੈ, ਠੀਕ ਹੈ। ਹੁਣ ਨੋਨ ਯੂਨੀਫਾਰਮ ਫੀਲਡ ਦੇ ਵਿੱਚ ਮੈਂ ਡਾਈਪੋਲ ਰੱਖਣਾ, ਇਹ ਧਿਆਨ 'ਚ ਰੱਖਣਾ। ਐਂਡ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਇਸ ਵਕਤ ਜੇ ਮੈਂ ਡਾਈਪੋਲ ਨੂੰ ਚਾਰਜ ਦੇ ਦਾਂ ਤਾਂ ਇੱਕ એનર્ਜੀ ਉਹ ਹੋਗੀ। ਨੰਬਰ 2 ਤੇ ਇਹਦੇ ਫੀਲਡ ਦੇ ਕਰਕੇ ਇੱਥੇ ਅਲੱਗ ਪੋਟੈਂਸ਼ੀਅਲ ਹੈ, ਇੱਥੇ ਅਲੱਗ ਪੋਟੈਂਸ਼ੀਅਲ ਹੈ। ਫॉर दैट रीजन एक और एनर्जी होगी, इज दैट ओके। लेकिन मैं इन सारियां ਨੂੰ ਆਪਣੀ ਰੈਫਰੈਂਸ ਲੈਵਲ ਬਣਾ ਲੈਣਾ, ਯਾਨੀ ਕਿ ਇਹਨੂੰ ਜ਼ੀਰੋ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਡਾਈਪੋਲ ਦੀ ਇੱਕ ਪੋਜੀਸ਼ਨ ਵਾਸਤੇ ਜਿਵੇਂ ਆ ਰੱਖ ਲਈਏ, ਇਹ ਮੰਨ ਲਓ ਮੈਂ ਐਂ ਹੀ ਰੱਖ ਲਾਂ, ਆ ਫਿਕਸ ਹੋ ਗਈ એનર્ਜੀ ਜਿੰਨੀ ਇੱਥੇ ਹੈ, ਉੱਥੇ ਫਿਕਸ ਹੋ ਗਈ, ਆ ਫਿਕਸ ਹੋ ਗਈ, ਤਾਂ ਉਹ ਫਿਕਸ એનર્ਜੀ ਹੋ ਗਈ। ਜਿਵੇਂ ਮੈਂ ਤੁਹਾਨੂੰ ਇੱਕ ਦਿਨ ਅੱਗੇ ਵੀ ਦੱਸਿਆ ਸੀ ਕਿ ਮੈਂ ਆਪਦੇ ਘਰ ਦੇ ਜੇ ਫਸਟ ਫਲੋਰ ਤੇ ਖੜਾ ਤੇ ਮੇਰਾ ਰੈਫਰੈਂਸ ਲੈਵਲ ਹੋ ਗਿਆ। ਇਹ ਤੋਂ ਬਾਅਦ ਜੇ ਮੈਂ ਇੱਥੇ ਜੰਪ ਮਾਰਾਂ ਤਾਂ ਜਦ ਮੈਂ ਉੱਪਰ ਜਾਵਾਂ ਨੀਚੇ ਜਾਵਾਂ ਤਾਂ ਇਹਦੇ ਵਿਦ ਰਿਸਪੈਕਟ ਟੂ ਮੇਰੇ એનર્ਜੀ 'ਚ ਚੇਂਜਸ ਦੇਖਾਂਗੇ, ਠੀਕ ਹੈ। ਤਾਂ ਬਾਕੀ ਦਾ ਫੈਕਟਰ ਕਾਂਸਟੈਂਟ ਲੈ ਕੇ ਆਪਾਂ ਸਿਰਫ ਚੇਂਜਸ ਕਰਨੀ ਹੈ। ਤਾਂ ਮੈਂ ਕੀ ਕਰਨਾ ਹੈ, ਇਹਨੂੰ ਬੇਟਾ ਪਹਿਲਾ ਨੰਬਰ ਤੇ ਇਹਨੂੰ ਚਾਰਜ ਦਿੰਦੇ ਆ। ਚਾਰਜ ਦੇਣ ਦਾ ਤਰੀਕਾ ਕੀ ਸੀ ਆਪਣੇ ਕੋਲ ਯਾਦ ਹੈ ਕਿ ਮੈਂ ਇੱਕ ਐਂਡ ਜਿਹੜਾ ਹੈ ਉਹਨੂੰ ਚਾਰਜਿੰਗ ਬਾਈ ਫਿਜ਼ੀਕਲ ਕੰਟੈਕਟ ਕਰ ਦੇਣਾ ਇਦਾਂ, ਰਾਈਟ। ਐਂਡ ਜਿਹੜਾ ਦੂਜਾ ਐਂਡ ਹੈ ਇਹਦੇ 'ਚ ਧਿਆਨ ਰੱਖਿਓ ਕਿ ਮੈਂ ਇਹਨੂੰ ਪਕੜਿਆ ਨਹੀਂ ਹੈਗਾ, ਮੈਂ ਇਹਨੂੰ ਬਾਲ ਨੂੰ ਹੱਥ ਨਹੀਂ ਲਾਇਆ, ਠੀਕ ਹੈ। ਦੂਜੇ ਹਿੱਸੇ ਨੂੰ ਕੀ ਕਰਨਾ, ਆਪਾਂ ਇਹਨੂੰ ਪਕੜ ਲੈਣਾ, ਪਕੜਨ ਤੋਂ ਬਾਅਦ ਇਹਨੂੰ ਕੀ ਕਰਨਾ, ਆਪਾਂ ਇਦਾਂ ਲੈ ਕੇ ਜਾਣਾ ਐਂਡ ਉਸ ਤੋਂ ਬਾਅਦ ਪਹਿਲਾਂ ਹੱਥ ਪਾਸੇ ਕਰਨਾ, ਫਿਰ ਆ ਕਰ ਦੇਣਾ।
ਸੋ ਇੱਕ ਗੱਲ ਪੱਕੀ ਕਿ ਇਹ ਜਿਹੜਾ ਇਹਨਾਂ ਦੋਨਾਂ ਤੇ ਚਾਰਜ ਆ ਗਿਆ, ਲੇਕਿਨ ਦੋਨਾਂ ਦੇ ਆਪੋਜ਼ਿਟ ਹੈ। ਫॉर दैट ਹੁਣ ਬੇਟੇ ਤੁਹਾਨੂੰ ਪਿਛਲੀਆਂ ਵੀਡੀਓਜ਼ ਦੇਖਣੀਆਂ ਪੈਣੀਆਂ। ਹੁਣ ਆਪਾਂ ਕੀ ਕਰਨਾ ਹੈ ਕਿ ਵੈਨ ਡੀ ਗ੍ਰਾਫ ਨੂੰ ਔਨ ਕਰਨਾ ਹੈ, ਤਾਂ ਧਿਆਨ ਨਾਲ ਦੇਖੋ ਇਹਦੇ ਤੇ ਟਾਰਕ ਲੱਗੇਗੀ। ਲੱਗ ਗਿਆ? ਹੁਣ ਇਹਦਾ ਮਤਲਬ ਹੈ ਕਿ ਇਹ ਐ ਰਹਿਣਾ ਪਸੰਦ ਕਰਦਾ, ਠੀਕ ਹੈ। ਹੁਣ ਜੇ ਮੈਂ ਇਹਨੂੰ ਡਿਸਪਲੇਸ ਕਰਾਂ ਥੋੜਾ ਜਿਹਾ ਵੀ, ਠੀਕ ਹੈ, ਥੋੜਾ ਹੋਰ ਚਾਰਜ ਦੇਖੀ, ਹੁਣ ਦੇਖਿਓ ਧਿਆਨ ਨਾਲ, ਮੈਂ ਇਹਨੂੰ ਡਿਸਪਲੇਸ ਕਰਦਾ, ਮੈਂ ਕੀ ਕਰ ਰਿਹਾ, ਵਰਕ ਕਰ ਰਿਹਾ। ਵਰਕ ਇਹਦੇ ਚ ਕਿਹੜੀ એનર્ਜੀ ਬਣ ਕੇ ਸਟੋਰ ਹੋਏਗਾ? ਪੱਕਾ ਪੋਟੈਂਸ਼ੀਅਲ એનર્ਜੀ। ਦੇਖੋ ਫਿਰ ਵਾਪਸ ਆ ਗਿਆ, ਠੀਕ ਹੈ, ਦੁਬਾਰਾ ਫਿਰ ਦੇਖੋ, ਫਿਰ ਵਾਪਸ ਆ ਗਿਆ। ਹੁਣ ਜੇ ਮੈਂ ਇਹਨੂੰ ਡਿਸਚਾਰਜ ਕਰਦਾ ਸਾਰੀ ਨੂੰ, ਪਕੜਾ ਅਗਰ ਉਹਨੂੰ ਵੀ ਡਿਸਚਾਰਜ ਕਰਦਾ, ਫੀਲਡ ਹੋ ਗਈ ਨਾ। ਹੁਣ ਜੇ ਮੈਂ ਇਹਨੂੰ ਡਿਸਪਲੇਸ ਕਰਦਾ ਤੇ ਕੀ ਹੋਊਗਾ? ਜੇ ਮੈਂ ਮੰਨ ਲਓ ਡਿਸਪਲੇਸ ਕਰਕੇ ਛੱਡਦਾ, ਜਿੱਥੇ ਛੱਡਾ ਉੱਥੇ ਹੀ ਰਹਿਣਾ ਚਾਹੀਦਾ। ਸਮਝ ਜਾਓ, ਇਹਦਾ ਮਤਲਬ ਹੈ ਕਿ ਜਦੋਂ ਫੀਲਡ ਹੁੰਦਾ ਹੈ, એનર્ਜੀ ਐਕਚੁਅਲੀ ਫੀਲਡ 'ਚ ਸਟੋਰ ਹੁੰਦੀ ਹੈ। ਐਂਡ ਜਦੋਂ ਉੱਥੇ ਆਪਾਂ ਕਿਸੇ ਚੀਜ਼ ਨੂੰ ਮੂਵ ਕਰਦੇ ਆ ਤਾਂ ਉਹਦੇ ਲਈ ਸਾਨੂੰ ਵਰਕ ਕਰਨਾ ਪੈਂਦਾ। ਇਦਾਂ ਕਿ ਜਿਵੇਂ ਅਸੀਂ ਗ੍ਰੈਵਿਟੇਸ਼ਨਲ ਫੀਲਡ 'ਚ ਆ, ਜੇ ਅਸੀਂ ਮੂਵ ਕਰਦੇ ਆ, ਗ੍ਰੈਵਿਟੇਸ਼ਨਲ ਫੀਲਡ 'ਚ એનર્ਜੀ ਆਲਰੇਡੀ ਹੈਗੀ ਹੈ, ਠੀਕ ਹੈ, ਐਂਡ ਸਾਨੂੰ ਉਹਦੀ ਐਕਸੈਸ ਮਿਲ ਜਾਂਦੀ। ਮੁੱਖ ਦੀ ਗੱਲ ਇਹ ਹੈ। ਤਾਂ ਇਹ ਜਦੋਂ ਇਹਨੂੰ ਆਪਾਂ ਮੂਵ ਕਰਦੇ ਆ ਤੇ ਇਹਦੇ ਤੇ ਆਪਾਂ ਵਰਕ ਕਰਦੇ ਆ, ਵਰਕ ਕਰਨ ਨਾਲ ਕੀ ਹੁੰਦਾ, એનર્ਜੀ ਸਟੋਰ ਹੁੰਦੀ ਹੈ, ਫਿਰ ਵਾਪਸ ਆਉਣ ਦੀ ਕੋਸ਼ਿਸ਼ ਕਰਦਾ। ਸੋ ਆਪਾਂ ਕੀ ਕਰਨ ਲੱਗਿਆ, ਇਹ ਸੁਣੋ ਧਿਆਨ ਨਾਲ ਪਹਿਲਾਂ। ਹੁਣ ਆਪਾਂ ਕੀ ਕਰਦੇ ਆ ਕਿ ਇਸ ਡੀ ਥੀਟਾ ਦੀ ਜਗ੍ਹਾ ਤੇ ਮੈਂ ਇਹ ਸੋਚਦਾ ਕਿ ਬਈ ਦੇਖੋ ਐਕਚੁਅਲੀ ਧਿਆਨ ਨਾਲ ਸੁਣਨਾ ਇਸ ਗੱਲ ਨੂੰ, ਠੀਕ ਹੈ, ਕਿ ਮੇਰਾ ਡਾਈਪੋਲ ਐਕਚੁਅਲੀ ਪਹਿਲਾਂ ਇਸ ਲੋਕੇਸ਼ਨ 'ਚ ਸੀਗਾ। ਕੈਨ ਯੂ ਇਮੇਜਿਨ ਦਿਸ? ਸੌਰੀ ਗੰਦ ਵੱਜ ਗਿਆ। ਪਹਿਲਾਂ ਇਸ ਲੋਕੇਸ਼ਨ 'ਚ ਸੀਗਾ। ਇਹ ਵਾਲਾ ਐਂਗਲ ਜਿਹੜਾ ਨਾ, ਆਹ ਵਾਲਾ, ਇਟ ਵਾਸ θ1, ਠੀਕ ਹੈ। ਫਿਰ ਆਪਾਂ ਨੂੰ ਘੁਮਾਉਂਦੇ ਘੁਮਾਉਂਦੇ ਰਸਤੇ ਜਾ ਵੀ ਜਗ੍ਹਾ ਆਈ, ਜਦੋਂ ਐਂਗਲ θ ਬਣਿਆ, ਫਿਰ ਡੀ ਥੀਟਾ ਬਣਿਆ, ਘੁਮਾਉਂਦੇ ਘੁਮਾਉਂਦੇ ਮੈਂ ਉਹਨੂੰ ਲੈ ਗਿਆ ਇਸ ਲੋਕੇਸ਼ਨ ਦੇ ਵਿੱਚ। यानी कि टोटल एंगल कितना बन गया? मैंने इस गल एक्सक्यूज करना कि मैं ये घड़मास मचा रहा, पर इन्नी गल समझ लो कि मेरा मकसद ये है कि मैं एक लिमिट तो दूजी लिमिट तक तुहानू लैके जा रहा, विचकार एक छोटा जिहा डिस्प्लेसमेंट लिया होया। ते जे टोटल वर्क कढना होवे, मैं लिखांगा टोटल वर्क डन in displacing the dipole from कितों लैके कितों तक बेटे, from θ1 to θ2, वो कितना होगा? अगेन मेरी गल याद रखना कि डिपेंडिंग अपॉन इट्स मार्क्स, ਤੁਹਾਨੂੰ ਜਿਵੇਂ ਮੈਂ ਇੱਥੋਂ ਸ਼ੁਰੂ ਕੀਤਾ ਹੈ, ਜੇਕਰ ਇਹ 5 ਨੰਬਰ 'ਚ ਕੁਐਸਚਨ ਆਉਂਦਾ ਤਾਂ ਤੁਹਾਨੂੰ ਪਹਿਲਾਂ ਟਾਰਕ ਨੂੰ ਵੀ ਡਰਾਈਵ ਕਰਨਾ ਪਏਗਾ, ਜਿਹੜਾ ਕਿ ਇਲੈਕਟ੍ਰਿਕ ਫੀਲਡ ਵਾਲੇ ਚੈਪਟਰ 'ਚ, ਠੀਕ ਹੈ। ਤਾਂ ਕਿੰਨਾ ਵਰਕ ਹੋਊਗਾ? W = ਹੋਊਗਾ ਇਹ ਸਾਰੇ ਦਾ ਇੰਟੈਗਰਲ ਬੇਟੇ। ਹੁਣ ਇੰਟੈਗਰਲ ਕਿਵੇਂ ਕਰੋਗੇ? PE sin θ dθ। ਹੁਣ ਫਰੋਮ ਕਿੱਥੋਂ ਲੈ ਕੇ ਕਿੱਥੋਂ ਤੱਕ? ਆਫ ਕੋਰਸ θ1 ਤੋਂ ਲੈ ਕੇ θ2 ਤੱਕ। ਹੁਣ ਬਸ ਤੁਹਾਡੇ ਲਈ ਸੌਖਾ ਕੰਮ ਕੀਤਾ ਹੁੰਦਾ ਬੇਟੇ, ਕੀ ਬਾਹਰ ਆ ਜਾਏਗਾ ਇਹਦੇ ਵਿੱਚ ਇੰਟੈਗਰਲ ਚ, ਜਿਹੜੀ ਚੀਜ਼ ਕਾਂਸਟੈਂਟ ਹੈ। ਕੌਣ ਕਾਂਸਟੈਂਟ ਹੈ? ਕੀ P ਬਦਲ ਸਕਦਾ ਹੈ? P ਕੌਣ ਹੈ? Q × 2 ਹੈ, ਉਹ ਨਹੀਂ ਬਦਲ ਸਕਦਾ। ਹੁਣ ਤਾਂ ਇੱਥੇ ਪਤਾ ਨਹੀਂ ਕੀ ਹੋ ਗਿਆ, ਬਟ ਆਈ ਹੋਪ ਕਿ ਤੁਸੀਂ ਨਾਲ ਚੱਲੇ ਹੋ, ਤੁਹਾਨੂੰ ਸਾਰੀ ਸਮਝ ਇਹ। P ਬਾਹਰ ਆ ਗਿਆ। ਦੂਜੇ ਨੰਬਰ ਤੇ ਕੌਣ ਬਾਹਰ ਆਏਗਾ? E, ਕਿਉਂਕਿ ਸਾਡਾ ਫੀਲਡ ਯੂਨੀਫਾਰਮ ਹੈ, ਉਹ ਬਾਹਰ ਆ ਗਿਆ। ਅੰਦਰ ਇੰਟੈਗਰਲ ਕਿੰਨਾ ਰਹਿ ਗਿਆ? sin θ ਦਾ। ਹੁਣੇ ਤੁਹਾਨੂੰ ਬੇਟੇ ਦੱਸ ਕੇ ਹਟਿਆ ਕਿ sin ਦਾ ਇੰਟੈਗਰਲ ਕਿੰਨਾ ਹੁੰਦਾ? ਮਾਈਨਸ ਦਾ cos θ। ਫਰੋਮ ਕਿੱਥੋਂ ਲੈ ਕੇ ਕਿੱਥੋਂ ਤੱਕ? θ1 ਤੋਂ ਲੈ ਕੇ θ2 ਤੱਕ। ਸੋ ਕਿੰਨਾ ਆ ਗਿਆ? PE ਮਾਈਨਸ ਦਾ ਸਾਈਨ ਬਾਹਰ ਕੱਢ ਲਓ, ਪਹਿਲਾਂ ਹੀ ਆਲਰੇਡੀ ਇਹ ਸੌਖਾ ਰਹਿੰਦਾ ਐਵੇਂ। ਪਹਿਲਾਂ ਅਪਰ ਲਿਮਿਟ ਭਰ ਦਿਓ, cos θ2 ਮਾਈਨਸ ਕਿੰਨਾ? cos θ1, ਮਾਈਨਸ ਨੂੰ ਅੰਦਰ ਲੈ ਜਾਓ, ਤਾਂ PE cos θ1 ਮਾਈਨਸ cos θ2। ਇਹ ਸਾਡੀ ਕੀ ਆ ਗਈ ਬੇਟਾ? ਵਰਕ ਆ ਗਿਆ। ਇਹੀ ਵਰਕ ਜਿਹੜਾ ਕਿਹੜੀ એનર્ਜੀ ਬਣ ਕੇ ਸਟੋਰ ਹੋ ਗਿਆ? ਪੋਟੈਂਸ਼ੀਅਲ એનર્ਜੀ। ਪਲੀਜ਼ ਯਾਦ ਰੱਖਣਾ ਕਿ ਇਹ એનર્ਜੀ ਕਿਹੜੀ ਹੈ ਜਿਹੜੀ ਮੈਂ ਵਰਕ ਕੀਤਾ ਐਕਸਟਰਨਲੀ, ਉਹਦੇ ਕਰਕੇ ਸਟੋਰ ਹੋਈ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਡਾਈਪੋਲ ਨੂੰ ਯੂਨੀਫਾਰਮ ਜਾਂ ਨੋਨ ਯੂਨੀਫਾਰਮ ਫੀਲਡ 'ਚ ਰੱਖੋਗੇ ਤਾਂ એનર્ਜੀ ਪਹਿਲਾਂ ਹੀ ਹੈਗੀ ਹੈ। ਕਿਹੜੀ ਹੈਗੀ ਹੈ? ਕੱਲ ਆਪਾਂ ਪੜ੍ਹਿਆ ਸੀਗਾ ਕਿ ਐਕਸਟਰਨਲ ਫੀਲਡ ਕਰਕੇ ਟੋਟਲ 3 ਫੈਕਟਰ ਆਉਂਦੇ ਨੇ, ਠੀਕ ਹੈ, ਯਾਦ ਹੈ ਨਾ? ਦੋਨਾਂ ਐਂਡਸ ਤੇ ਐਕਸਟਰਨਲ ਫੀਲਡ ਦਾ ਇਫੈਕਟ ਤੇ ਇੱਕ ਦੋਨਾਂ ਦੀ ਆਪਸ 'ਚ ਇੰਟਰੈਕਸ਼ਨ ਕਰਕੇ ਜਿਹੜੀ એનર્ਜੀ ਹੈ। ਇਹ ਕਿਹੜੀ એનર્ਜੀ ਹੈ? ਜਿਹੜਾ ਆਪਾਂ ਬਾਹਰੋਂ ਵਰਕ ਕੀਤਾ। ਦੇਖੋ ਮੈਂ ਖੁਦ ਆਪ ਵਰਕ ਕਰ ਰਿਹਾ, ਸੋ ਇੱਕ ਵਾਰ ਤੁਸੀਂ ਦੁਬਾਰਾ ਫਿਰ ਡੈਮੋਨਸਟ੍ਰੇਸ਼ਨ ਨੂੰ ਫਾਈਨਲੀ ਦੇਖੋਗੇ ਐਂਡ ਇਹਨੂੰ ਪੱਕਾ ਕਰ ਲੋਗੇ, ਓਕੇ। ਤੇ ਦੂਜੀ ਗੱਲ ਹੋ ਰਹੀ, ਪਹਿਲਾਂ ਮੈਂ ਇਹਦਾ ਸਪੈਸ਼ਲ ਕੇਸ ਇੱਕ ਕਰਵਾ ਦਾਂ ਕਿ ਅਲਟੀਮੇਟਲੀ ਮੰਨ ਲਓ ਕਿ ਮੈਂ ਇੱਕ ਡਾਈਪੋਲ ਨੂੰ ਇਸ ਇਕੁਇਲਿਬ੍ਰੀਅਮ ਤੋਂ, ਇਹ ਵਾਲਾ ਕਿਹੜਾ ਹੁੰਦਾ ਵੀ ਮੈਂ ਇੱਥੇ ਦੁਬਾਰਾ ਬਣਾ ਦਿੰਦਾ ਕਿ ਮੇਰੇ ਕੋਲ ਆਹ ਫੀਲਡ ਦੇ ਵਿੱਚ, ਇਸ ਫੀਲਡ ਦੇ ਵਿੱਚ ਮੇਰਾ ਡਾਈਪੋਲ ਇਦਾਂ ਬੈਠਾ ਹੈ ਐਂਡ ਆਹ ਦਾ ਮਾਈਨਸ ਕਿਊ ਹੈ, ਆਹ ਦਾ ਪਲੱਸ ਕਿਊ ਹੈ, ਐਂਡ ਐਵੇਂ ਰਹਿਣਾ ਪਸੰਦ ਕਰਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂ, ਠੀਕ ਹੈ, ਕਿਉਂਕਿ ਆਹ ਵਾਲੀ ਸਾਈਡ ਸਾਰੀ ਪੋਜ਼ਿਟਿਵ ਹੈ ਤੇ ਆਹ ਵਾਲੀ ਸਾਈਡ ਸਾਰੀ ਨੈਗੇਟਿਵ ਹੈ। ਐਵੇਂ ਰਹਿਣਾ ਪਸੰਦ ਕਰਦਾ ਹੈ। ਇਸ ਵਕਤ ਐਂਗਲ ਕਿੰਨੇ ਡਿਗਰੀ ਬੇਟੇ?
ਇਹ ਵਾਲਾ ਇਸ ਵਕਤ ਇਹ ਵਾਲਾ ਸਟੇਬਲ ਇਕੁਇਲਿਬਰੀਅਮ ਹੈ ਤੇ ਇਹਦੇ ਚ ਐਂਗਲ ਕਿੰਨੇ ਡਿਗਰੀ ਹੈ 0 ਡਿਗਰੀ ਹੈ ਮੈਂ ਇਹਨੂੰ ਸਟੇਬਲ ਇਕੁਇਲਿਬਰੀਅਮ ਤੋਂ ਅਨਸਟੇਬਲ ਬਣਾਉਣਾ ਹੈ ਸਟੇਬਲ ਤੋਂ ਅਨਸਟੇਬਲ ਆਉਣਾ ਤੇ ਜੇ 0 ਤੋਂ ਤੁਸੀਂ 180 ਬਣਾਓਗੇ ਤਾਂ ਫਿਰ ਕੀ ਹੋਊਗਾ ਇਹ ਦੇਖਣਾ ਕਰੀਏ ਸ਼ੁਰੂ ਤੇ ਜਦੋਂ ਤੁਸੀਂ 0 ਤੋਂ 180 ਬਣਾਓਗੇ ਤਾਂ ਕੀ ਹੋਊਗਾ ਕਰੋ θ1 ਤੁਹਾਡਾ 0 ਡਿਗਰੀ ਹੈ तो θ2 180 डिग्री है भर के कढ़ दो बेटा स्पेशल केस नंबर 1 ਤੇ ਆਪਾਂ ਜਿਹੜੀ ਪੋਟੈਂਸ਼ੀਅਲ એનર્ਜੀ ਨੂੰ ਵੀ u ਨਾਲ ਰਿਪਰੈਜ਼ੈਂਟ ਕਰਦੇ ਹਾਂ ਤਾਂ ਬੇਟਾ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਆਪਾਂ ਕੀ ਕਰਦੇ ਹਾਂ ਕਿ ਇੱਥੇ ਭਰ ਕੇ ਦੇਖਦੇ ਹਾਂ u ਚ ਤੇ u ਦੇ ਵਿੱਚ ਕੀ ਬਣੂਗਾ pe cos θ1 cos 0 cos 180 cos 180 ਕਿੰਨਾ ਹੁੰਦਾ -1 cos 0 ਕਿੰਨਾ ਹੁੰਦਾ 1 ਜਦੋਂ ਤੁਸੀਂ ਇੱਥੇ ਭਰੋਗੇ ਮਾਈਨਸ ਪਲੱਸ ਹੋ ਜਾਏਗੀ ਇਹ ਬਣੂਗਾ 1 + 1 ਯਾਨੀ ਕਿ ਕਿੰਨਾ ਆ ਗਿਆ 2pe ਸੋ ਇੰਨਾ ਟੋਟਲ ਵਰਕ ਹੋਏਗਾ ਜਾਂ ਇੰਨੀ ਟੋਟਲ એનર્ਜੀ ਸਟੋਰ ਹੁੰਦੀ ਹੈ ਜਦੋਂ ਆਪਾਂ ਉਹਨੂੰ ਕਿੱਥੋਂ ਮੂਵ ਕਰਦੇ ਹਾਂ ਸਟੇਬਲ ਤੋਂ ਅਨਸਟੇਬਲ ਚ ਮੈਕਸਿਮਮ ਹੋ ਗਈ ਹੈ ਠੀਕ ਹੈ ਇਹ ਤੋਂ ਵੱਧ ਨਹੀਂ ਆਨਸਰ ਆ ਸਕਦਾ ਇਹਦਾ ਸੋ ਆਓ ਡੈਮੋਨਸਟ੍ਰੇਸ਼ਨ ਲਈ ਇੱਕ ਵਾਰੀ ਦੁਬਾਰਾ ਦੇਖੀਏ ਤਾਂ ਦੇਖੀਏ ਕਿਹੜੇ ਕਿਹੜੇ ਪਹਿਲੂ ਆਪਾਂ ਡਿਸਕਸ ਕਰ ਸਕਦੇ ਹਾਂ ਓਕੇ ਬੇਟਾ ਤਾਂ ਸੁਣੋ ਮੈਂ ਇੱਕ ਗੱਲ ਫਿਰ ਰਿਪੀਟ ਕਰ ਰਿਹਾ ਕਿ ਯਾਦ ਰੱਖੋ ਜਦੋਂ ਹੀ ਮੈਂ ਇਹਨੂੰ ਚਾਰਜ ਦਿੱਤਾ ਡਾਈਪੋਲ ਨੂੰ ਤਾਂ ਇੱਕ એનર્ਜੀ ਇੱਥੇ ਸਟੋਰ ਹੋ ਜਾਣੀ ਹੈ ਅਜੇ ਤੱਕ ਵੈਨ ਡੀ ਗ੍ਰਾਫ ਆਪਾਂ ਨੂੰ ਪਤਾ ਹੈ ਕਿ ਚਾਰਜ ਨਹੀਂ ਹੈਗਾ ਜਦੋਂ ਇਹਨੂੰ ਔਨ ਕਰਤਾ ਤਾਂ ਇੱਥੇ ਪੋਟੈਂਸ਼ੀਅਲ ਅਲੱਗ ਇੱਥੇ ਪੋਟੈਂਸ਼ੀਅਲ ਅਲੱਗ ਇਹਨੂੰ ਜੇ ਇਹਦਾ ਨਾਮ Q ਚਾਰਜ ਰੱਖ ਦਿਓ ਤਾਂ ਇੱਥੇ QV ਇੱਕ એનર્ਜੀ ਹੋਗੀ ਇੱਥੇ ਜਿਹੜਾ ਚਾਰਜ ਹੈ Q ਹੈ ਤੇ ਇੱਕ Q ਇਨਟੂ ਇੱਥੇ ਕੋਈ ਪੋਟੈਂਸ਼ੀਅਲ ਅਲੱਗ ਹੋਏਗਾ ਤਾਂ ਉਹ Q ਤੇ ਇਨਟੂ V ਉਹ ਵਾਲੀ એનર્ਜੀ ਹੋਗੀ ਸੋ 3 ਫੈਕਟਰਸ ਆਲਰੇਡੀ ਇਨਵੋਲਵਡ ਨੇ ਉਹਨਾਂ ਵਿੱਚੋਂ ਉਸ ਫੀਲਡ ਚੋਂ ਮੈਂ ਜਿਹੜਾ ਆਹ ਵਾਲਾ ਫੈਕਟਰ ਹੈ ਆਹ ਵਾਲਾ ਇੱਕ ਆਹ ਵਾਲਾ ਇਹਨੂੰ ਮੈਂ ਡਿਸਟਰਬ ਕਰਦਾ ਆਹ ਵਾਲੇ ਇਸ ਟਾਈਮ ਇਹ ਫਿਕਸ ਹੈ ਲੇਕਿਨ ਜਿਹੜਾ V ਵਾਲਾ ਫੈਕਟਰ ਹੈ ਇਹਨੂੰ ਮੈਂ ਡਿਸਟਰਬ ਕਰਦਾ ਇੱਕ ਤਰੀਕੇ ਨਾਲ ਮੈਂ ਪੋਟੈਂਸ਼ੀਅਲ ਚੇਂਜ ਕਰ ਦੇਣਾ ਸਮਝਦੇ ਨਾ ਕਰਕੇ ਜਦੋਂ ਮੈਂ ਪੋਟੈਂਸ਼ੀਅਲ ਹੁਣ ਇਹਨਾਂ ਦੋਨਾਂ ਪੁਆਇੰਟਾਂ 'ਚ ਪੋਟੈਂਸ਼ੀਅਲ ਉਹਨਾਂ ਨਹੀਂ ਹੈਗਾ ਆਫ ਕੋਰਸ ਹੈ ਨਾ ਸਮਝਦੇ ਨਾ ਤਾਂ ਇਹਨਾਂ ਮਤਲਬ ਹੈ ਕਿ ਇਸ ਕਰਕੇ ਇਹਦੇ 'ਤੇ ਵਰਕ ਹੁੰਦਾ ਆਈ ਹੋਪ ਤੁਸੀਂ ਸਮਝਦੇ ਨਾ ਜਦੋਂ ਮੈਂ ਵਰਕ ਕਰਦਾ ਤਾਂ ਉਹ ਇਹਦੇ 'ਚ એનર્ਜੀ ਸਟੋਰ ਹੁੰਦੀ ਹੈ ਉਹਦੇ ਕਰਕੇ ਇਹ ਮੂਵ ਕਰਦਾ ਸੋ ਸ਼ੁਰੂ ਕਰਦੇ ਹਾਂ ਦੁਬਾਰਾ ਇੱਕ ਵਾਰ ਫਿਰ ਸੋ ਕਰਨਾ ਕੀ ਬੇਟੇ ਆਪਾਂ ਦੁਬਾਰਾ ਫਿਰ ਉਹੀ ਇਹਨੂੰ ਪਹਿਲੇ ਨੰਬਰ 'ਤੇ ਚਾਰਜ ਕਰਨਾ ਹੈ ਇਹਨੂੰ ਮੈਂ ਚਾਰਜ ਕਰਤਾ ਬੇਟਾ ਰਾਈਟ ਇਹਦੇ 'ਤੇ ਚਾਰਜ ਆ ਗਿਆ ਹੁਣ ਦੂਜੇ ਨੂੰ ਪਕੜ ਲੈਣਾ ਹੈ ਪਕੜ ਕੇ ਦੂਰੋਂ ਚਾਰਜ ਕਰਨਾ ਰਾਈਟ ਐਂਡ ਆਈ ਬਿਲੀਵ ਕਿ ਚਾਰਜ ਆ ਚੁੱਕਿਆ ਐਂਡ ਮੈਂ ਜਾਣ ਕੇ ਇਸ ਵਾਰ ਇਹਨੂੰ ਰੱਖਣਾ ਜ਼ਰੂਰ ਇੱਥੇ ਨੇੜੇ ਲੇਕਿਨ ਟੇਢੀ ਲੋਕੇਸ਼ਨ 'ਚ ਪਹਿਲੇ ਰੱਖ ਦਿੰਦੇ ਹਾਂ ਰਾਈਟ ਹੁਣ ਟੇਢੀ ਲੋਕੇਸ਼ਨ 'ਚ ਪਹਿਲੇ ਪਿਆ ਤਾਂ ਇਹਦਾ ਮਤਲਬ ਹੈ ਕਿ ਹੁਣ ਜੇ ਫੀਲਡ ਆਏਗਾ ਤਾਂ ਫੀਲਡ ਆਉਣ ਨਾਲ ਇਹਦੇ 'ਤੇ ਕੀ ਲੱਗੇਗੀ ਟਾਰਕ ਲੱਗੇਗੀ ਤਾਂ ਪੱਕਾ ਇਹਦੇ 'ਤੇ ਕੀ ਹੋਏਗਾ ਵਰਕ ਹੋਏਗਾ ਉਸ ਆਪਾਂ ਦੇਖਦੇ ਹਾਂ ਡਨ ਤਾਂ ਇਹ ਤੋਂ ਬਾਅਦ ਮੈਂ ਕੀ ਕਰਦਾ ਇਹਨੂੰ ਬੰਦ ਕਰਦਾ ਚਾਰਜ ਉਹਦੇ 'ਤੇ ਆਲਰੇਡੀ ਹੈਗਾ ਸੋ ਇਹ ਫੀਲਡ 'ਚ ਹੀ ਪਏ ਨੇ ਇਸ ਫੀਲਡ ਵਿੱਚ એનર્ਜੀ ਸਟੋਰਡ ਹੈ ਜਿਹਦੇ ਕਰਕੇ ਇਦਾਂ ਕਰ ਰਹੇ ਹੋ ਜਦੋਂ ਇਹਨੂੰ ਮੂਵ ਕਰਦਾ ਇਹ ਬੈਕ ਫੇਰ ਆ ਜਾਂਦਾ ਠੀਕ ਹੈ ਐਂਡ ਜੇ ਮੈਂ ਇਹਨੂੰ ਨਿਊਟਰਲ ਕਰਦਾ ਇਹਨਾਂ ਦੋਹਾਂ ਨੂੰ ਵੀ ਨਿਊਟਰਲ ਕਰਦਾ ਆ ਬਾਬੇ ਨਾਲ ਲਾ ਕੇ ਲੋ ਜੀ ਹੁਣ ਭਾਈ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਖੜਾ ਦੋ ਜਿੱਥੇ ਮਰਜ਼ੀ ਖੜਾ ਦੋ ਸੋ ਆਈ ਹੋਪ ਕਿ ਤੁਸੀਂ ਗੱਲ ਨੂੰ ਸਮਝ ਗਏ ਆਪਾਂ ਇਹ ਗੱਲਾਂ ਸਿੱਖ ਗਏ ਹਾਂ ਕਿ એનર્ਜੀ ਫੀਲਡ 'ਚ ਸਟੋਰ ਹੁੰਦੀ ਹੈ ਐਂਡ ਜਿਹੜਾ ਇਹ ਫੀਲਡ ਹੁੰਦਾ ਹੈ ਜਦੋਂ ਆਪਾਂ ਇਹਦੇ 'ਚ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਲਿਆਉਣੇ ਆ ਤਾਂ ਆਪਾਂ ਨੂੰ ਵਰਕ ਕਰਕੇ ਲਿਆਉਣੀ ਪੈਂਦੀ ਵੀ ਐਂਡ ਉਹ ਫਰਦਰ ਸਾਡੀ ਉਸ ਸਿਸਟਮ ਦੇ ਵਿੱਚ એનર્ਜੀ ਬਣ ਕੇ ਸਟੋਰ ਹੋ ਜਾਂਦਾ ਹੈ ਠੀਕ ਹੈ ਜਿਵੇਂ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਜਿੱਦਾਂ ਮੈਂ ਹੁਣ ਛੱਤ ਤੇ ਖੜਾ ਤਾਂ ਇਹ ਇੱਕ ਫੀਲਡ ਦੇ ਵਿੱਚ એનર્ਜੀ ਸਟੋਰਡ ਹੈ ਮਤਲਬ ਮੇਰੇ ਕੋਲ ਇੱਕ એનર્ਜੀ ਉਹ ਵਾਲੀ ਹੈ ਜੇ ਕਿਤੇ ਛੱਤ ਇਹ ਕਿਸੇ ਤਰੀਕੇ ਨਾਲ ਮੋਰਾ ਹੋ ਜਾਏ ਤਾਂ ਤੁਹਾਨੂੰ એનર્ਜੀ ਦਾ ਪਤਾ ਲੱਗ ਜਾਏਗਾ ਸਮਹਾਊ ਆਈ ਹੈਵ ਦੈਟ એનર્ਜੀ ਸੋ ਇਹਨੂੰ ਵਧੀਆ ਤਰੀਕੇ ਨਾਲ ਪੜ੍ਹਨਾ ਬੇਟੇ ਐਂਡ ਆਈ ਹੋਪ ਕਿ ਤੁਸੀਂ ਜਿਹੜਾ ਆਪਣਾ ਹੁਣ ਤੱਕ ਦਾ ਸਫ਼ਰ ਹੈ ਇਹਨੂੰ ਇੰਜੋਏ ਕੀਤਾ ਹੋਣਾ ਐਂਡ ਤੁਸੀਂ ਸਾਰੇ ਜਣੇ ਜਿੰਨੇ ਵੀ ਬੱਚੇ ਇਹਨਾਂ ਹਾਲਾਤਾਂ ਵਿੱਚ ਪੜ੍ਹ ਰਹੇ ਹੋ ਸਾਡੇ ਸਾਰੇ ਜਣੇ ਅੰਬੈਸਡਰ ਆਫ ਹੋਪ ਹੋ ਠੀਕ ਹੈ ਕਿਉਂਕਿ ਤੁਸੀਂ ਹਾਲਾਤਾਂ ਨੂੰ ਆਪਦੇ ਉੱਤੇ ਭਾਰੂ ਨਹੀਂ ਹੋਣ ਦੇ ਰਹੇ ਐਂਡ ਪੱਕੀ ਗੱਲ ਹੈ ਕਿ ਤੁਸੀਂ ਸਾਰੇ ਜਣੇ ਇੱਕ ਵਿਨਰ ਬਣ ਕੇ ਇਮਰਜ ਆਊਟ ਹੋਵੋਗੇ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਪੱਕਾ ਕੋਈ ਵਧੀਆ ਪੋਜ਼ਿਟਿਵ ਚੇਂਜ ਲੈ ਕੇ ਆਏਗਾ ਜੇ ਤੁਸੀਂ ਆਪਦੀ ਲਾਈਫ ਨੂੰ ਪੋਜ਼ਿਟਿਵ ਵੇ ਨਾਲ ਅੱਗੇ ਤੋਰ ਰਹੇ ਹੋ ਯਾਨੀ ਕਿ ਇਸ ਸਮੇਂ ਦਾ ਬਿਲਕੁਲ ਵਧੀਆ ਫਾਇਦਾ ਲੈ ਰਹੇ ਹੋ ਠੀਕ ਹੈ ਸੋ ਬਾਏ ਬੇਟਾ